बेटा चैनल किहड़े ने पहला डोंट यूज द वर्ड चैनल्स। पत्रकार वड़ के फलाने के घर च कढ़ लिया सच, पत्रकार ने ठाती नेरी, पत्रकार किते नेरियां नहीं ठाउंदे। पंजाब दा मीडिया घट करी जांदा गोदी मीडिया नाल, सारे TRP ते लगे वे, मेरा पेज 2 लाख, मेरा लाख 5 लाख, सब तो पहला मेरी खबर, सारा पहला होर किसी नूं ना देखो, मैनू देखो। तैनू तो मैं कड्ढना चाहुंदा सी ना, ਜਾਂ तू मैदान छड्ड के भज गया, मैं छडाउणा ही चाहुंदा सी। जवाब नहीं दिंदे पत्रकारां दा, क्योंकि उन्होंने पता हुंदा भी इन्हां कोल सवाल ही है नहीं, तां आप दा पुछण आया भी मेरी जिहड़ी है दिल च बहम ओह कढ। श्रीमान जी ਇਹਦਾ किस्मत अच्छी है, 84 भुल जाते लोग। ਬਲਵੀਰ ਸਿੰਘ ਰਾਜੇਵਾਲਾ ਆ ਜਿਹੜੇ ਕੀ ਕਹਿੰਦੇ ਹਿੰਦੂ ਵਿਸ਼ਵ ਪਰਿਸ਼ਦ ਦੇ ਸੜੇ ਜੇ ਬੰਦਿਆਂ ਨਾਲੋਂ ਮਾੜਾ ਹੋ ਗਿਆ, ਜਿਹੜੇ ਕੀ ਕਹਿੰਦੇ 4 ਸਿੱਖਾਂ ਦੇ ਉਲਟ ਬੋਲਦੇ ਕਿਤੇ ਸਿਕਿਉਰਿਟੀ ਲੈ ਲੈਂਦੇ। ਉਹ ਕਿਸਾਨਾਂ ਦਾ ਲੀਡਰ ਹੈ, ਉਹਨੂੰ ਪ੍ਰੋਟੈਕਟ ਕਰਨਾ ਸਟੇਟ ਦਾ ਫਰਜ਼ ਹੈ। ਉਹ ਇੱਕ ਦਿਮਾਗ ਹੈ, ਐਂ ਥੋੜਾ ਮਰਵਾ ਦੇਣਗੇ। ਤੁਹਾਡੇ ਵਰਗਾ ਮੇਰੇ ਵਰਗਾ ਉੱਠ ਕੇ ਜਿਹਨੂੰ ਪਤਾ ਨਹੀਂ ਚੱਕ ਕੇ ਰਾਜੋਵਾਲ ਦੀ ਪੱਗ ਨੂੰ ਪੈ ਜੇ, ਕਿਉਂ ਵੀ ਕਈ ਬੰਦੇ ਤਾਂ ਹੀ ਖੁਸ਼ ਹੁੰਦੇ ਆ ਬੰਦਾ ਯਾਰ ਦਾਨੇ ਵਾਲੀ ਨੂੰ ਗਾਲਾਂ ਕੱਢ ਗਿਆ, ਬੱਲੇ ਬੱਲੇ ਬੜਾ ਤਕੜਾ ਹੈ। ਐਂ ਨਹੀਂ ਪਤਾ ਵੀ ਰਜਾਈ 'ਚ ਬੈਠਾ ਕੱਢੀ ਜਾਂਦਾ। ਇਹ ਕੋਈ ਨਾ ਅਕਾਲੀ ਦਲ ਦੀ, BJP ਦੀ, ਕਾਂਗਰਸ ਦੀ ਰੈਲੀ ਨਹੀਂ ਸੀ ਜਿੱਥੇ ਬੱਸਾਂ ਦੇ ਕੇ, ਪਊਏ ਦੇ ਕੇ, ਨਸ਼ੇੜੀਆਂ ਨੂੰ, ਅਮਲੀਆਂ ਨੂੰ, ਭੰਗੀਆਂ ਨੂੰ ਦਿਹਾੜੀ ਦੇ ਕੇ ਲੈ ਕੇ ਗਏ ਸੀ। मैं रतनदीप सिंह धालीवाल ते तुसीं देख रहे हो RMB ਟੈਲੀਵਿਜ਼ਨ। ਜੇ ਗੱਲ ਕਰਦੇ ਹਾਂ ਅਸੀਂ ਕਿਸਾਨੀ ਅੰਦੋਲਨ ਦੀ, ਕਿਸਾਨੀ ਅੰਦੋਲਨ ਦੀ 26 ਤਰੀਕ ਤੋਂ ਪਹਿਲਾਂ ਇੱਕ ਹੋਰ ਤਸਵੀਰ ਸੀਗੀ ਤੇ 26 ਨੂੰ ਇੱਕ ਹੋਰ ਤਸਵੀਰ ਬਣੀ ਤੇ 26 ਤੋਂ ਬਾਅਦ ਹੋਰ ਤਸਵੀਰਾਂ ਨਜ਼ਰ ਆਈਆਂ। 26-27 ਫਰਵਰੀ 2021 ਨੂੰ ਪੂਰੇ 90 ਦਿਨ ਹੋ ਜਾਣੇ ਆ ਕਿਸਾਨੀ ਅੰਦੋਲਨ ਨੂੰ। ਜੇ ਦਿੱਲੀ ਦੀ ਗੱਲ ਕਰਦੇ ਹਾਂ, ਦਿੱਲੀ ਦੇ ਬਾਰਡਰਾਂ ਤੇ ਬੈਠੇ ਕਿਸਾਨਾਂ ਨੂੰ, ਕਿਰਤੀਆਂ ਨੂੰ, ਮਜ਼ਦੂਰਾਂ ਨੂੰ। ਪਰ ਸੰਸਦ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਬਿਆਨ ਸਾਹਮਣੇ ਆਉਂਦਾ ਗਾ। ਅੰਦੋਲਨਕਾਰੀਆਂ ਨੂੰ ਇੱਕ ਨਵੇਂ ਸ਼ਬਦ ਦੇ ਨਾਲ ਸੰਬੋਧਿਤ ਕੀਤਾ ਜਾਂਦਾ ਗਾ। ਖਾਸ ਕਰਕੇ ਜਿਹੜੇ ਬੁੱਧੀਜੀਵੀ ਲੋਕ ਨੇ, ਬੁੱਧੀਜੀਵੀ ਲੋਕਾਂ ਨੇ ਇਸ ਗੱਲ ਦੇ ਉੱਤੇ ਬੜੀਆਂ ਸਾਰੀਆਂ ਟਿੱਪਣੀਆਂ ਕੀਤੀਆਂ ਗਈਆਂ, ਕਿਉਂਕਿ ਇਹ ਦੇਸ਼ ਅੰਦੋਲਨ ਦੇ ਵਿੱਚੋਂ ਉਪਜਿਆ ਹੋਇਆ ਗਾ। ਜੇ ਅੰਦੋਲਨਕਾਰੀਆਂ ਨੂੰ ਤੁਸੀਂ ਇਹੋ ਜਿਹੇ ਸ਼ਬਦਾਂ ਦੇ ਨਾਲ ਬੁਲਾਓਗੇ ਤਾਂ ਤੁਹਾਡੀ ਮਾਨਸਿਕਤਾ ਜਾਂ ਤੁਸੀਂ ਆਪਣੇ ਲੋਕਾਂ ਦੇ ਬਾਰੇ ਕਿੰਨੇ ਕੁ ਸੰਵੇਦਨਸ਼ੀਲ ਹੋ ਇਹ ਪਤਾ ਲੱਗਦਾ ਗਾ। ਬੁੱਧੀਜੀਵੀਆਂ ਨੇ ਇੱਥੋਂ ਤੱਕ ਟਿੱਪਣੀਆਂ ਕੀਤੀਆਂ ਗਈਆਂ। ਤੇ ਦੂਸਰੀ ਜਿਹੜੀ ਅੱਜ ਇਸ ਮੁਲਾਕਾਤ ਦੇ ਵਿੱਚ ਅਸੀਂ ਗੱਲ ਕਰਾਂਗੇ ਉਹ ਰਹੂਗੀ ਸੋਸ਼ਲ ਮੀਡੀਆ ਦੀ। ਸੋਸ਼ਲ ਮੀਡੀਆ, IT ਸੈੱਲ, ਫੇਕ ਆਈਡੀਆਂ ਤੇ ਚਰਚਾ ਅੰਦੋਲਨ ਦੀ ਤੇ ਹੋਰ ਵੀ ਕਈ ਮੁੱਦਿਆਂ ਦੀ ਚਰਚਾ ਸੋਸ਼ਲ ਮੀਡੀਆ ਦੇ ਉੱਤੇ। ਬੜੇ ਲੋਕਾਂ ਨੂੰ ਇਹ ਵੀ ਲੱਗਦਾ ਗਾ ਵੀ ਜਿਹੜਾ ਅਸਲੀ ਅੰਦੋਲਨ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਆ, ਜਾਂ ਅੰਦੋਲਨ ਦੀ ਜਿਹੜੀ ਰਾਏ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਬਣਾਈ ਜਾਂਦੀ ਆ। ਇਹ ਸਾਰੀਆਂ ਗੱਲਾਂ ਬਾਤਾਂ ਅੱਜ ਸਾਡੇ ਨਾਲ ਕਰਨ ਦੇ ਲਈ ਸਾਡੇ ਨਾਲ ਮੌਜੂਦ ਰਹਿਣਗੇ ਸਾਡੇ ਮੁੱਖ ਮਹਿਮਾਨ ਸੀਨੀਅਰ ਪੱਤਰਕਾਰ ਸਵਰਨ ਸਿੰਘ ਦਾਨੇਵਾਲੀਆ। ਦਾਨੇਵਾਲੀਆ ਸਾਹਿਬ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਦਾਨੇਵਾਲੀਆ ਸਾਹਿਬ, ਪਹਿਲਾਂ ਤਾਂ ਆਪਾਂ ਪ੍ਰਧਾਨ ਮੰਤਰੀ ਸਾਹਿਬ ਦਾ ਜਿਹੜਾ ਬਿਆਨ ਆਇਆ ਗਾ ਅੰਦੋਲਨਕਾਰੀ ਤੇ ਜਿਹੜਾ ਉਹਨਾਂ ਨੇ ਇੱਕ ਹੋਰ ਸ਼ਬਦ ਵਰਤਿਆ ਸੀ ਤਾਂ ਵਰਤਣਾ ਨਹੀਂ ਚਾਹਾਂਗੇ, ਉਸ ਨੂੰ ਕਿਵੇਂ ਦੇਖਦੇ ਹੋ? ਸ਼ਾਇਦ ਮੈਂ ਇਹ ਗੱਲ ਕਹਾਂਗਾ ਕਿ ਜੇ ਕਿਸੇ ਨੂੰ ਨਾ ਧਰੀ ਧਰਾਈ ਪੱਕੀ ਪਕਾਈ ਚੀਜ਼ ਮਿਲ ਜੇ ਜੀ, ਉਹ ਫਿਰ ਉਹ ਨਾ ਟੁੱਕ ਨੂੰ ਤੁੱਕ ਦੱਸਣ ਲੱਗ ਪੈਂਦਾ ਜੀ। ਉਹਨੂੰ ਉਸ ਚੀਜ਼ ਦੀ ਵੈਲਿਊ ਨਹੀਂ ਪਤਾ ਹੁੰਦੀ ਕਿ ਸਾਡੇ ਬਜ਼ੁਰਗਾਂ ਨੇ ਕਮਾਈਆਂ ਕਰਕੇ ਆ ਜ਼ਮੀਨਾਂ ਜਾਇਦਾਦਾਂ ਕਿਵੇਂ ਬਣਾਈਆਂ। ਉਹਨੂੰ ਤਾਂ ਇੱਕੋ ਚੀਜ਼ ਦਿਸਦੀ ਹੈ, ਮੇਰੇ ਕੋਲੇ ਘਰੇ ਇੱਕ ਵੱਡੀ ਜੀਪ ਖੜੀ ਆ, 4x4 ਟਰੈਕਟਰ ਖੜਾ, ਬੱਲੇ ਬੱਲੇ ਮੇਰੀ ਹੋ ਰਹੀ ਹੈ, ਸੋਹਣੀ ਕੁੱਟੀ ਪਾਤੀ। ਪਰ ਉਹ ਇਹ ਨਹੀਂ ਦੇਖਦਾ ਹੁੰਦਾ ਵੀ ਮੈਂ ਇੱਕ ਬਣਿਆ ਕਿਵੇਂ ਜੀ। ਸੋ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਪ੍ਰਧਾਨ ਮੰਤਰੀਸ਼ਿਪ ਜਿਹੜੀ ਹੈ ਨਾ ਉਹ ਅਟਲ ਬਿਹਾਰੀ ਵਾਜਪਾਈ ਜੀ ਦੀ, ਮੁਰਲੀ ਮਨੋਹਰ ਜੋਸ਼ੀ ਦੀ ਜੀ ਤੇ BJP ਦੀ ਖਾਸ ਕਰਕੇ ਆਪਾਂ ਆਖੀਏ ਤਾਂ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ BJP ਨੂੰ ਖੜਾ ਕੀਤਾ ਜੀ। ਠੀਕ ਹੈ। ਹੁਣ ਚੀਜ਼ ਕੀ ਆ ਗਈ ਕਿ ਇਹ ਤਾਂ ਆਏ ਕਿਤੇ ਮੈਂਬਰ ਪਾਰਲੀਮੈਂਟ ਵੀ ਨਹੀਂ ਬਣੇ ਸੀ ਜੀ। ਇੱਕ ਜੀ ਦੱਸੋ, ਤੇ ਆਉਣ ਸਾਰ ਸਿੱਧੇ ਪ੍ਰਧਾਨ ਮੰਤਰੀ। ਇੱਕ ਜਨਾਬ ਜਿਹੜੇ ਨਾਲ ਲੈ ਕੇ ਆਏ ਇਹ ਜੀ, ਉਹ ਆਉਣ ਸਾਰ ਕੀ ਗ੍ਰਹਿ ਮੰਤਰੀ, ਤੇ ਦੂਜੇ ਕਿੱਧਰ ਗਏ ਜੀ? ਸੀਨੀਅਰ ਲੀਡਰਸ਼ਿਪ ਮੈਨੂੰ ਦੱਸੋ BJP ਦੀ ਕਿੱਧਰ ਗਈ?
ਕਹਿਣ ਤੋਂ ਭਾਵ ਵੀ ਇਹਨਾਂ ਨੂੰ ਕਿਸੇ ਨੇ ਉਹ ਚੀਜ਼ ਪਰੋਸ ਕੇ ਦਿੱਤੀ ਸੀ। ਉਹ ਕੌਣ ਸੀ? ਉਹ ਆਰਐਸਐਸ ਸੀ। ਹੁਣ ਆਰਐਸਐਸ ਨੇ ਇਹਨਾਂ ਨੂੰ ਉੱਥੇ ਬਣਾਤਾ। ਪੈਸਾ ਕਿਹਨੇ ਲਾਤਾ ਜੀ? ਕਿਉਂਕਿ ਪਾਰਟੀਆਂ ਚਲਾਉਣੀਆਂ। ਪੈਸਾ ਲਾਤਾ ਕਾਰਪੋਰੇਟ ਨੇ, ਕਿਉਂਕਿ ਜੋ ਅੰਦਰਲੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਨਾ, ਉਹ ਬੋਲੀ ਲੱਗੀ ਸੀ ਵੀ ਬੀਜੇਪੀ ਦੀ ਸਰਕਾਰ ਬਣਾਉਣੀ ਹੈ। ਪੈਸਾ ਕੌਣ ਇਕੱਠਾ ਕਰੂਗਾ? ਕਿਉਂਕਿ ਮੁੱਖ ਮੰਤਰੀ ਸੀ ਗੁਜਰਾਤ ਦੇ, ਗੁਜਰਾਤ ਦੇ ਵਪਾਰੀਆਂ ਨਾਲ ਇਹਨਾਂ ਦੇ ਲਿੰਕ ਸੀ। ਸੋ ਉਸ ਕਰਕੇ ਜਿਹੜਾ ਹੈਗਾ ਇਹਨਾਂ ਨੇ ਕਹਿੰਦੇ ਪੈਸਾ ਮੈਂ ਇਕੱਠੂਗਾ, ਉਹ ਕਹਿੰਦੇ ਵੀ ਠੀਕ ਹੈ, ਪ੍ਰਧਾਨ ਮੰਤਰੀ ਬਣ ਗਏ ਜੀ। ਦੂਜੀ ਗੱਲ, ਜਦੋਂ ਕਾਰਪੋਰੇਟ ਸੀ, ਕਾਰਪੋਰੇਟਾਂ ਨੇ ਆਪਦੇ ਪੈਸੇ ਇਕੱਠੇ ਕਰਨੇ 5 ਸਾਲਾਂ 'ਚ ਤਾਂ ਪੂਰੇ ਨਹੀਂ ਹੁੰਦੇ। ਤੁਸੀਂ ਦੇਖੋ ਪਹਿਲੇ ਸਾਲ ਪ੍ਰਧਾਨ ਮੰਤਰੀ ਜੀ ਕਿੰਨੇ ਗੇੜੇ ਮਾਰੇ ਬਾਹਰ, ਤੇ ਨਾਲ ਕਾਰਪੋਰੇਟ ਘਰਾਣੇ ਜੀ। ਮੈਂ ਇੱਕ ਐਗਜ਼ਾਮਪਲ ਦਿੰਦਾ ਸਾਡੇ ਪੰਜਾਬ ਦਾ। ਪੰਜਾਬ ਦੇ ਇੱਕ ਚਿੱਟ ਫੰਡ ਕੰਪਨੀ ਦਾ ਮਾਲਕ ਜੀ, ਮੈਨੂੰ ਯਾਦ ਹੈ ਸੁਖਬੀਰ ਬਾਦਲ ਦੇ ਘਰੇ ਖੜਾ ਸੀ ਦਿੱਲੀ ਜੀ। ਮੈਂ ਉੱਥੇ ਦਿੱਲੀ ਹੁੰਦਾ ਸੀਗਾ। ਉਹ ਮਾਲਕ ਅਮੀਰ ਵੀ ਬੜਾ, ਪਰ ਉਹਨੂੰ ਕੋਈ ਵੜਨ ਨਾ ਦੇਵੇ। ਤੇ ਮੈਂ ਜਦੋਂ ਗਿਆ ਤੇ ਉਹ ਪਹਿਲਾਂ ਹੀ ਖੜਾ ਸੀਗਾ, ਤੇ ਉਹ ਕਹਿੰਦੇ ਦਾਨੇ ਸਾਹਿਬ ਪਹਿਲਾਂ ਤੁਸੀਂ ਆਓ। ਉਹ ਜਦੋਂ ਮੈਂ ਮੁੜਿਆ, ਸੁਖਬੀਰ ਮੈਨੂੰ ਗੇਟ ਤੱਕ ਵੀ ਛੱਡਣ ਆ ਗਏ, ਕਿਉਂਕਿ ਉਦੋਂ ਸੁਖਬੀਰ ਸਿੰਘ ਵੀ ਇੰਨੇ ਅੱਜ ਵਾਲੇ ਸੁਖਬੀਰ ਸਿੰਘ ਬਾਦਲ ਨਹੀਂ ਸੀ। ਤੇ ਜਦੋਂ ਉਹ ਅੰਦਰ ਵੜੇ ਤੇ ਮੈਨੂੰ ਕਹਿੰਦਾ ਭਾਈ ਸਾਹਿਬ ਤੁਸੀਂ, ਮੈਂ ਕਿਹਾ ਜੀ ਮੈਂ ਪੱਤਰਕਾਰ। ਕਹਿੰਦਾ ਪੱਤਰਕਾਰਾਂ ਦੀ ਇੰਨੀ ਟੌਰ ਹੁੰਦੀ ਹੈ? ਮੈਂ ਕਿਹਾ ਜੀ ਟੌਰ ਤਾਂ ਨਹੀਂ ਹੁੰਦੀ, ਲਿਆਕਤ ਹੁੰਦੀ ਹੈ ਜੇ ਤੁਸੀਂ ਕਰਦੇ ਹੋ। ਤੇ ਉਹਨੇ ਭਾਈ ਸਾਹਿਬ ਨੇ ਚੈਨਲ ਖੋਲ੍ਹ ਲਿਆ ਸੀ, ਤੇ ਉਹ ਲਿਖ ਲਿਆ ਕਿ ਚੇਅਰਮੈਨ ਸੋ ਐਂਡ ਸੋ ਚੈਨਲ, ਤੇ ਉਹਨੂੰ ਐਂਟਰੀ ਮਿਲ ਗਈ। ਮੇਰਾ ਕਹਿਣ ਤੋਂ ਮਤਲਬ ਕੀ ਹੈ ਕਿ ਜਿਹੜੇ ਲੋਕ ਭਾਰਤ ਦੇ ਅਮੀਰ ਲੋਕ ਸੀ, ਕਾਰਪੋਰੇਟ ਸੀ, ਅਦਾਨੀ ਬਾਨੀ ਵਰਗੇ, ਉਹਨਾਂ ਨੂੰ ਨਾ ਤਾਂ ਅਡਵਾਨੀ ਸਾਹਿਬ ਨੇ ਚੋਗਾ ਪਾਇਆ, ਨਾ ਉਹਨਾਂ ਨੂੰ ਵਾਜਪਾਈ ਸਾਹਿਬ ਨੇ ਚੋਗਾ ਪਾਇਆ, ਨਾ ਮੁਰਲੀ ਮਨੋਹਰ ਜੋਸ਼ੀ ਨੇ ਪਾਇਆ। ਅੱਜ ਤੱਕ ਦਿਖਾ ਦਿਓ ਇਹਨਾਂ ਦੀਆਂ ਉਹਨਾਂ ਨਾਲ ਤਸਵੀਰਾਂ ਹੋਣ। ਜੇ ਤਸਵੀਰਾਂ ਹੋਣਗੀਆਂ ਤਾਂ ਦੂਰੋਂ ਐਨ 5 ਕੋਹ ਤੋਂ ਹੱਥ ਖੜੇ ਕੀਤੇ ਹੋਣੇ ਆ। ਫਿਰ ਉਹ ਇਹਨਾਂ ਦੇ ਨਾਲ ਗਏ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਉਹ ਇਕੱਠੇ ਤੁਰੇ ਗਏ। ਤੇ ਜਦੋਂ ਤੁਸੀਂ, ਸਿੱਧੀ ਜੀ ਗੱਲ ਹੈ, ਜੋ ਤੁਸੀਂ ਇੱਕ ਵੱਡੇ ਬੰਦੇ ਨਾਲ ਜਾਓਗੇ ਉਹ ਤੁਹਾਨੂੰ ਨਾਲ ਲੈ ਜੇ, ਤੇ ਜਿਹੜਾ ਉੱਥੋਂ ਦਾ ਪ੍ਰਧਾਨ ਮੰਤਰੀ ਉਹਨਾਂ ਨਾਲ ਹੱਥ ਮਿਲਾਉਣ ਦਾ ਮੌਕਾ ਮਿਲ ਗਿਆ, ਉੱਥੋਂ ਦੇ ਰਾਸ਼ਟਰਪਤੀ ਨਾਲ ਹੱਥ ਮਿਲਾਉਣ ਦਾ ਮੌਕਾ ਮਿਲ ਗਿਆ, ਉੱਥੋਂ ਦੇ ਕਾਰਪੋਰੇਟ ਘਰਾਣੇ ਨਾਲ ਮੌਕਾ ਮਿਲ ਗਿਆ। ਸੋ ਪਹਿਲੇ 5 ਸਾਲ ਤਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਲੈਜਨਿੰਗ ਕੀਤੀ ਉਹਨਾਂ ਦੀ। ਫਿਰ ਉਹਨਾਂ ਨੇ ਕਾਨੂੰਨ ਬਣਾ ਕੇ ਦਿੱਤੇ, ਫਿਰ ਉਹਨਾਂ ਨੇ ਲਾਗੂ ਕੀਤੇ, ਕਿਉਂਕਿ ਉਹਨਾਂ ਨੇ ਪੈਸਾ ਲਾਇਆ। ਹੁਣ ਅਗਲੇ 5 ਸਾਲਾਂ 'ਚ ਦੇਖੋ ਕੀ ਬਣਦਾ। ਸੋ ਮੇਰਾ ਕਹਿਣ ਤੋਂ ਮਤਲਬ ਕੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਨੇ ਉਹਨਾਂ ਨੂੰ ਪਰੋਸ ਕੇ ਮਿਲਿਆ ਸਾਰਾ ਕੁਝ, ਲੋਕਾਂ ਨੇ ਬਣਾ ਕੇ ਦਿੱਤਾ। ਉਹ ਜਨਤਾ ਨੇ ਤਾਂ ਗਿਣਦੀ ਕੁਛ ਨਹੀਂ ਵੀ ਜਨਤਾ ਨੇ ਥੋੜਾ ਮੈਨੂੰ ਬਣਾਇਆ। ਪਰ ਜਿਹਨੂੰ ਜਨਤਾ ਨੇ ਨਹੀਂ ਬਣਾਇਆ ਛੋਟੇ ਵੀਰ, ਉਹ ਫਿਰ ਇਹੋ ਜਿਹੀਆਂ ਗੱਲਾਂ ਕਰੂਗਾ। ਜੇ ਉਹਨੇ ਸੰਘਰਸ਼ ਕੀਤਾ ਹੁੰਦਾ, ਉਹਨੂੰ ਆਈ ਨਹੀਂ ਪਤਾ ਕਿ ਭਾਰਤ ਦਾ ਸੰਘਰਸ਼ 'ਚੋਂ ਪੈਦਾ ਹੋਇਆ। ਉਹਨੂੰ ਉਹ ਇਹ ਭੁੱਲ ਗਿਆ ਕਿ ਇੰਡੀਆ ਅਗੇਂਸਟ ਕਰਪਸ਼ਨ ਕਿਹਨੇ ਚਲਾਈ ਸੀ, ਉਹਦੇ ਬੈਕਅਪ ਤੇ ਕੌਣ ਸੀ। ਵੀ ਤੁਸੀਂ ਵੀ ਤਾਂ ਸੰਘਰਸ਼ ਕਰਕੇ ਆਏ ਸੀ। ਤੁਹਾਡੀਆਂ ਬੀਬੀਆਂ ਵੀ ਜਿਹੜੀਆਂ ਉਹ ਚੱਕ ਕੇ ਕੀ ਕਹਿੰਦੇ ਸਿਲੰਡਰ ਮੋਢਿਆਂ ਤੇ ਨਾਅਰੇ ਲਾਉਂਦੀਆਂ ਸੀ, ਅੱਜ ਉਹ ਨਹੀਂ ਤੁਹਾਨੂੰ ਦਿਸੀਆਂ। ਸੋ ਕਹਿਣ ਤੋਂ ਮਤਲਬ ਕੀ ਹੈ ਕਿ ਸ਼ਾਇਦ ਸਾਡੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਆਪਣੇ ਆਪ ਨੂੰ ਡਿਕਟੇਟਰ ਸਮਝਦੇ ਸੀ ਵੀ ਮੈਂ ਇੰਨਾ ਨੋਟਬੰਦੀ ਕਰਤੀ, ਕੋਈ ਬੋਲਿਆ ਨਹੀਂ, ਮੈਂ GST ਲਾਤਾ, ਕੋਈ ਬੋਲਿਆ ਨਹੀਂ, ਮੈਂ ਨਾਗਰਿਕਤਾ ਕਾਨੂੰਨ ਲੈ ਆਇਆ, ਕੋਈ ਬੋਲਿਆ ਨਹੀਂ, ਜੇ ਬੋਲਿਆ ਮੈਂ ਕੁੱਟ ਤੇ। ਹੁਣ ਜਦੋਂ ਕਿਸਾਨ ਖੜਾ ਹੋਇਆ ਨਾ ਜੀ, ਜਦੋਂ ਕਿਸੇ ਹਿਟਲਰੀ ਬੰਦੇ ਨੂੰ ਅੱਗੋਂ ਚੁਣੌਤੀ ਮਿਲਦੀ ਹੈ ਨਾ, ਉਹਦਾ ਮਾਨਸਿਕ ਸੰਤੁਲਨ ਜਿਹੜਾ ਨਾ ਗਵਾ ਬੈਠਦਾ ਹੈ ਜੀ। ਹੁਣ ਉਹ ਸਥਿਤੀ ਹੈ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੀ। ਸਹੀ ਮਾਇਨੇ 'ਚ ਉਹ ਮਾਨਸਿਕ ਤੌਰ ਤੇ ਸਹੀ ਨਹੀਂ ਹੈਗੀ। ਜੇਕਰ ਪ੍ਰਧਾਨ ਮੰਤਰੀ ਹੁੰਦਾ ਨਾ, ਉਹ ਪਾਰਟੀ ਦਾ ਨਹੀਂ ਹੁੰਦਾ, ਉਹ ਦੇਸ਼ ਦਾ ਹੁੰਦਾ। ਉਹਦੇ ਲਈ ਛੋਟੇ ਤੋਂ ਛੋਟਾ ਗਰੀਬ ਜਿਹੜਾ ਉਹ ਵੀ ਵੋਟਰ ਹੁੰਦਾ, ਉਹ ਵੀ ਵੋਟ ਪਾਉਂਦਾ ਜੀ, ਉਹਦੇ ਲਈ ਸਤਿਕਾਰਿਤ ਹੁੰਦਾ। ਤੇ ਉਹਨਾਂ ਨੇ ਤਾਂ ਦੇਸ਼ ਦੀ ਜਨਤਾ ਦਾ ਨਿਰਾਦਰ ਕੀਤਾ, ਦੇਸ਼ ਦਾ ਨਿਰਾਦਰ ਕੀਤਾ। ਤੇ ਜਿਹੜਾ ਪ੍ਰਧਾਨ ਮੰਤਰੀ ਦੇਸ਼ ਦਾ ਨਿਰਾਦਰ ਕਰ ਸਕਦਾ, ਤੁਸੀਂ ਉਹਨੂੰ ਕੀ ਕਹੋਗੇ? ਸੋ ਮੈਂ ਕਹਿੰਦਾ ਕਿ ਜੋ ਉਹਨਾਂ ਦਾ ਅੰਦਰ ਭਾਸ਼ਣ, ਜੋ ਉਹਨਾਂ ਦੀ ਭਾਸ਼ਾ ਵਰਤੀ ਹੈ, ਉਹ ਇੱਕ ਪ੍ਰਧਾਨ ਮੰਤਰੀ ਦੇ ਮੂੰਹੋਂ ਸ਼ੋਭਾ ਨਹੀਂ ਦਿੰਦੀ ਜੀ। ਦਾਨੇਵਾਲੀਆ ਸਾਹਿਬ, ਜੇ ਆਪਾਂ ਗੱਲ ਕਰਦੇ ਹਾਂ ਨਵੀਂ ਕਿਸਮ ਦੀ ਰਾਜਨੀਤੀ ਦੀ, ਤੁਸੀਂ ਲੰਬੇ ਸਮੇਂ ਤੋਂ ਪੱਤਰਕਾਰ ਹੋ, ਤੁਹਾਨੂੰ ਤਜਰਬਾ ਹੈਗਾ, ਪਰ ਜਿਹੜੇ ਇਹ ਨਵੇਂ ਸ਼ਬਦ ਆ ਰਹੇ ਨੇ, ਕੀ ਇਹ ਪ੍ਰਭਾਸ਼ਿਤ ਕਰਦੇ ਨੇ ਆਉਣ ਵਾਲੇ ਟਾਈਮ ਦੇ ਲਈ, ਖਾਸ ਕਰਕੇ ਜਿਹੜੀ ਰਾਜਾਂ ਦੀ ਰਾਜਨੀਤੀ ਆ ਤੇ ਸੈਂਟਰ ਦੀ ਰਾਜਨੀਤੀ ਆ? ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਵੀ
ਬਹੁਤ ਜ਼ਿਆਦਾ ਕਬਜ਼ਾ ਹੋ ਰਿਹਾਗਾ ਰਾਜਾਂ ਦੇ ਅਧਿਕਾਰਾਂ ਦੇ ਦੇਖੋ ਉੱਤੇ। ਬਿਲਕੁਲ ਤੁਸੀਂ ਗੱਲ ਜਿਹੜੀ ਕਹੀ ਹੈ ਨਾ, ਦੇਖੋ ਮੈਂ ਤੁਹਾਨੂੰ ਪਹਿਲਾਂ ਕੀ ਕਹਿ ਕੇ ਟਿਆ ਹੂੰ ਕਿ ਇਹ ਸਰਕਾਰ ਕੀ ਨਹੀਂ ਬਣਾਈ। ਹੁਣ ਭਾਰਤ ਦੀ ਇੱਕ ਖਾਸੀਅਤ ਕੀ ਹੈ, ਇੱਥੇ ਸਟੇਟਾਂ ਦੇ ਵੀ ਆਪਣੇ ਤੇ, ਅਮਰੀਕਾ 'ਚ ਵੀ ਹੈਗਾ ਜੀ। ਅਮਰੀਕਾ ਦੇ ਵਿੱਚ ਤੁਸੀਂ ਜੇ ਕੈਲੀਫੋਰਨੀਆ ਦੇ ਵਿੱਚ ਐਂਟਰ ਕਰਦੇ ਹੋ ਤਾਂ ਉਹ ਤੁਹਾਨੂੰ ਅਲਾਉ ਨਹੀਂ ਕਰਦੇ ਵੀ ਕਿਸੇ ਹੋਰ ਸੂਬੇ 'ਚੋਂ ਸਬਜ਼ੀ ਵੀ ਲੈ ਕੇ ਆਓ, ਫਲ ਵੀ ਲੈ ਕੇ ਆਓ, ਨਾਲੇ ਅਮਰੀਕਾ ਹੈ ਜੀ। ਪਰ ਨਹੀਂ, ਸੂਬੇ ਦੇ ਅਧਿਕਾਰ ਹੈਗੇ ਆ, ਸਾਡੇ ਵੀ ਅਧਿਕਾਰ ਹੈ। ਪਰ ਕਾਰਨ ਕੀ ਹੋਇਆ ਕਿ ਅਸਲ ਕਨਸਟੀਟਿਊਸ਼ਨ ਦੀ ਉਲੰਘਣਾ ਤਾਂ ਇਹੀ ਪਾਰਟੀ ਕਰ ਰਹੀ ਹੈ। ਤੁਸੀਂ ਮੂਲ ਕਨਸਟੀਟਿਊਸ਼ਨ ਨੂੰ ਖਤਮ ਕਰੀ ਜਾਂਦੇ ਹੋ, ਤੁਸੀਂ ਫੈਡਰਲ ਢਾਂਚੇ ਨੂੰ ਇੱਕ ਆਪਣੇ ਹੱਥ ਦੇ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੇ ਹੋ। ਕਿਉਂ ਕਰ ਰਹੇ ਹੋ? ਕਿਉਂਕਿ ਤੁਸੀਂ ਉਹਨਾਂ ਲੋਕਾਂ ਦੇ ਇੰਟਰਸਟ ਵਾਚ ਕਰਨੇ ਨੇ ਜਿਨ੍ਹਾਂ ਨੇ ਤੁਹਾਨੂੰ ਬੈਕਅਪ ਦਿੱਤਾ ਹੋਇਆ ਜੀ। ਕਾਰਨ ਇਹੀ ਹੈ। ਸੋ ਇਹੀ ਕਾਰਨ ਹੈ ਕਿ ਇਹੋ ਜਿਹੇ ਕਾਨੂੰਨ ਲਿਆ ਰਹੇ ਨੇ। ਤੁਸੀਂ ਦੇਖੋ ਮਜ਼ਦੂਰਾਂ ਦੇ ਹੱਕ ਖੋਲੇ, ਹੋਰ ਦੇਖੋ ਬਿਜਲੀ ਦਾ ਕਾਨੂੰਨ, ਬਿਜਲੀ ਸਟੇਟ ਸਬਜੈਕਟ ਹੈ, ਐਗਰੀਕਲਚਰ ਸਟੇਟ ਸਬਜੈਕਟ ਹੈ, ਲੋਕਲ ਟੈਕਸਿਸ ਸਟੇਟ ਸਬਜੈਕਟ ਨੇ। ਇਹਨਾਂ ਨੇ GST ਲੈ ਲਿਆ। ਮੈਂ ਤੁਸੀਂ ਗੱਲ ਸੁਣੋ, ਤੁਹਾਡੇ ਥਾਂ ਨਾਂ ਦੇ ਉੱਤੇ ਪਹਿਲਾਂ ਮੈਂ ਪੈਸੇ ਇਕੱਠੇ ਕਰ ਲਾਂ, ਤੁਹਾਡੇ ਜ਼ਮੀਨ ਦਾ ਠੇਕਾ ਮੈਂ ਲੈ ਲਾਂ ਜੀ। ਇਹ ਤਾਂ ਮੇਰੀ ਮਰਜ਼ੀ ਹੈ। ਜਦੋਂ ਮੈਂ ਮੁੜੂੰਗਾ ਮੈਂ ਫਿਰ ਤੁਹਾਡੇ ਨਾਲ ਹਿਸਾਬ ਕਰੂੰਗਾ, ਤੇਰਾ ਉਹ ਰਹਿੰਦਾ, ਤੇਰਾ ਉਹ ਰਹਿੰਦਾ, ਤੇਰਾ ਉਹ ਰਹਿੰਦਾ। ਕਿੱਥੇ ਤੁਸੀਂ ਆਪਦੀ ਜ਼ਮੀਨ ਦਾ ਸਿੱਧਾ ਲੈ ਲੈਣਾ। ਬਾਅਦ 'ਚ ਮੈਨੂੰ ਤੁਸੀਂ ਇਹ ਕਹਿ ਦਿਓ ਕਿ ਸਰਦਾਰ ਜੀ ਤੁਸੀਂ ਮੈਨੂੰ ਅੱਜ ਜ਼ਮੀਨ ਆਹ ਫੜੋ ਤੁਹਾਡੇ ਪੈਸੇ ਜੀ। ਪਰ ਇਹੀ ਕਾਰਨ ਹੈ ਜੀ। ਸੋ ਇਹ ਸਟੇਟ ਨੂੰ ਕਾਰਪੋਰੇਟ ਘਰਾਣਿਆਂ ਦੇ ਵਿੱਚ ਜਿਹੜਾ ਹੈ ਉਹਨਾਂ ਦਾ ਕਬਜ਼ਾ ਕਰਾਉਂਦੇ ਨੇ ਕਿ ਦੇਖੋ ਇਹ ਭੁਗਤ ਚੁੱਕਿਆ, ਯੂਰਪ ਭੁਗਤ ਚੁੱਕਿਆ, ਅਮਰੀਕਾ ਦੇ ਕਿਸਾਨ ਭੁਗਤ ਚੁੱਕੇ ਨੇ। ਹੁਣ ਕਿਉਂ ਆਵਾਜ਼ ਉੱਠ ਰਹੀ ਹੈ ਸਾਰੇ ਕਿਸਾਨਾਂ ਪ੍ਰਤੀ? ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਛੋਟਾ ਕਿਸਾਨ ਖਾਧਾ ਗਿਆ ਹੈ, ਹਜਮ ਕਰ ਲਿਆ ਗਿਆ ਹੈ। ਪਰ ਉੱਥੇ ਵੀ ਆਪਾਂ ਨੂੰ ਬਹੁਤ ਚੰਗਾ ਲੱਗਦਾ ਹੈ, ਵੀਰ ਜਿਹੜੇ ਸੁਣ ਰਹੇ ਹੋਣਗੇ ਸ਼ਾਇਦ ਇਹ ਮੇਰੀ ਗੱਲ ਉਹਨਾਂ ਨੂੰ ਚੁਭੇ ਨਾ, ਅਮਰੀਕਾ ਦੇ ਵਿੱਚ ਮੋਨੋਪੋਲੀ ਹੈ, ਕੈਨੇਡਾ ਦੇ ਵਿੱਚ ਮੋਨੋਪੋਲੀ ਹੈ। ਤੁਸੀਂ ਆਪਦਾ ਬੱਸਾਂ ਨਹੀਂ ਲਾ ਸਕਦੇ, ਤੁਸੀਂ ਆਪਦੀਆਂ ਗੱਡੀਆਂ ਦੋ ਘਰਾਂ ਦੀਆਂ ਨੇ। ਉੱਥੇ ਜਿਹੜਾ ਕਿਸਾਨ ਹੈ ਨਾ, ਜਿਵੇਂ ਗੱਲਾਂ ਕਰਦੇ ਆ ਜਿਵੇਂ ਛੋਟਾ ਕਿਸਾਨ ਹੈ, ਛੋਟੇ ਕਿਸਾਨ ਦੀ ਤਾਂ ਉੱਥੇ ਵੀ ਨਹੀਂ ਸਮਾਨ ਵਿਕਦਾ ਜੀ। ਵੱਡੇ ਕਿਸਾਨ ਕੀ ਕਰਦੇ ਆ, ਉਹਨਾਂ ਦੇ ਸਾਈਲੋਜ਼ ਲੱਗੇ ਆ, ਉਹ ਆਪਦੀ ਕਣਕ ਇਕੱਠੀ ਕਰ ਲਈ, 6 ਮਹੀਨਿਆਂ ਬਾਅਦ ਹੋਰ ਬਾਅਦ ਉਹ ਇਕੱਠਾ ਵੇਚ ਕੇ ਗਿਆ, ਵਿਕ ਗਿਆ, ਪੂਰਾ ਕੰਟੇਨਰ ਹੈ। ਸ਼੍ਰੀਮਾਨ ਜੀ ਮੈਨੂੰ ਇੱਕ ਗੱਲ ਦੱਸੋ, ਇਸ ਇਲਾਕੇ 'ਚ ਬਾਗ ਕਿਉਂ ਫੇਲ ਨੇ, ਹੋਰ ਇਲਾਕੇ 'ਚ ਬਾਗ ਕਿਉਂ ਕਾਮਯਾਬ ਹੈ? ਇੱਥੋਂ ਤੁਸੀਂ ਜੀਪ ਦੇ ਵਿੱਚ ਦਿੱਲੀ 50 ਕਰੇਟ ਪਾ ਕੇ ਕਿਨੂਆਂ ਦੇ ਲੈ ਗਏ ਜੀ। ਜੀਪ ਦਾ ਕਿਰਾਇਆ ਕਿੰਨਾ ਜੀ ਦਿੱਲੀ ਦਾ? 8000 ਰੁਪਈਆ, ਕਿਉਂਕਿ ਆਉਂਦੀ ਖਾਲੀ ਆਊਗੀ ਨਾ ਟੈਂਪੂ ਜੀ। ਤੇ ਜੇ ਵੱਡਾ ਆਪਣਾ ਜਿਹਨੂੰ ਕਹਿ ਦਿੰਦੇ ਆ ਉਹ ਕੈਂਟਰ, ਉਹ 10000 'ਚ ਜਾਊਗਾ, ਤੇ ਟਰੱਕ 15000 'ਚ। ਤੇ ਜੀਪਾਂ ਦਾ ਮਾਲ ਟਰੱਕਾਂ 'ਚ ਕਿੰਨਾ ਪੈ ਜੂ? 10 ਜੀਪਾਂ ਦਾ, 12 ਜੀਪਾਂ ਦਾ। ਟਰੱਕ ਸਸਤਾ ਪੈ ਗਿਆ ਨਾ ਜੀ। ਬਿਲਕੁਲ। ਪਰ ਕਾਰਨ ਕੀ ਹੈ ਕਿ ਇੱਥੇ ਬਾਗ ਹੈ ਨਹੀਂ। ਜੇ ਕਿਸੇ ਨੇ ਕਿੱਲਾ 2 ਕਿੱਲੇ ਬੀਜ ਲਏ ਤਾਂ ਉਹਨੂੰ ਉਹ ਚੀਜ਼ ਬਣਦੀ ਜਾਊ ਆਪ ਵਿੱਚ। ਸੋ ਇਹੀ ਕਾਰਨ ਹੈ ਕਿ ਜੇ ਇੱਥੇ ਛੋਟੀਆਂ ਮੰਡੀਆਂ ਹੋਣਗੀਆਂ, ਹੋਰ ਕਿੰਨੂ ਦੀ ਮਾਰਕੀਟ ਆਈ ਤਾਂ ਵੱਡਾ ਵਪਾਰੀ ਵੀ ਆ ਗਿਆ। ਤੁਸੀਂ ਗਏ ਆਪਦਾ 2 ਕੁਇੰਟਲ ਆਪਣੇ ਪਿੰਡਾਂ 'ਚ ਦੇਖ ਲਓ, ਹਜੇ ਵੀ ਗਿੱਦੜਵੇ ਚਲੇ ਜਾਓ, ਹਜੇ ਵੀ ਤੁਸੀਂ ਕੀ ਕਹਿੰਦੇ ਛੋਟੀਆਂ ਮੰਡੀਆਂ ਚਲੇ ਜਾਓ, ਸੰਗਤ ਚਲੇ ਜਾਓ, ਭੁੱਚੋ ਚਲੇ ਜਾਓ, ਉੱਠ ਗੱਡੀਆਂ ਦੇ ਉੱਤੇ ਕੀ ਕਹਿੰਦੇ ਨਰਮਾ ਆਉਂਦਾ। ਹੁਣ ਉੱਠ ਗੱਡੀ 'ਚ ਕਿੰਨਾ ਨਰਮਾ ਪੈ ਜਾਊਗਾ? 30 ਮਣ। ਹੁਣ ਸਰਦਾਰ ਜੀ ਉਹ 30 ਮਣ ਦੱਸੋ ਵੀ ਟਰੱਕ ਉਹਦਾ ਬਣੇ ਨਾ, ਉਹਦਾ ਨਰਮਾ ਕੀ ਪਾਊਗਾ? ਤੁਸੀਂ ਆ ਦਾਲਾਂ ਬੀਜਣ ਵਾਲੇ ਨੂੰ ਦੇਖ ਲਓ, ਆਪਣੇ ਏਰੀਏ ਦਾਲਾਂ ਦੀ ਮਾਰਕੀਟ ਖਤਮ ਹੋ ਗਈ ਜੀ। ਜਗਰਾਉਂ ਦਾਲਾਂ ਦੀ ਮਾਰਕੀਟ ਹੈ ਥੋਕ ਦੀ। ਲੈ ਤੁਹਾਡੀ ਕੋਈ ਆ ਬੀਜ ਲਓ ਬਿੰਗੀ ਟੇਢੀ ਜੀ ਕੋਈ ਦਾਲ, ਹਰ ਵਰਗੀ, ਤੁਹਾਡੀ ਕੋਈ ਲੈਂਦਾ ਹੀ ਨਹੀਂ। ਇਹ ਕਹਿੰਦੇ ਆ ਕਿ ਜਿੱਥੇ ਮਰਜ਼ੀ ਵੇਚੋ, ਮਰਜ਼ੀ ਤਾਂ ਸਾਡੇ ਕੋਲ 1974-75 ਦਾ ਅਧਿਕਾਰ ਆਇਆ ਵੇ। ਕਿਸਾਨ ਨੂੰ ਤਾਂ ਉਦੋਂ ਦਾ ਹੀ ਆ ਗਿਆ, ਜਿੱਥੇ ਮਰਜ਼ੀ ਵੇਚ, ਜਿਹਦੀ ਪਹੁੰਚ ਹੈ ਵੇਚ ਲੂ, ਜਿਹਦੀ ਪਹੁੰਚ ਨਹੀਂ ਉਹ ਵਿਚਾਰਾ ਲੋਕਲ ਮੰਡੀ ਵੇਚ ਲੂ। ਜੇ ਲੋਕਲ ਮੰਡੀ ਤੁਸੀਂ ਵਪਾਰੀ ਖਤਮ ਕਰਤਾ ਜੀ ਤੇ ਫਿਰ ਕੀ ਬਣੂ ਜੀ? ਤੁਹਾਡਾ ਤਾਂ ਗਿਆ। ਫਿਰ ਹੋਰ ਸੁਣੋ, ਕੰਟਰੈਕਟ ਫਾਰਮਿੰਗ ਦੀ ਵੀ ਤੁਹਾਨੂੰ ਗੱਲ ਵਿੱਚੇ ਛੇੜ ਦਿੰਦਾ। ਇਹਦਾ ਇੱਕ ਟੈਕਸ ਸਟਰਕਚਰ ਪੜ੍ਹਨਾ ਪਊਗਾ ਤੁਹਾਨੂੰ। ਜ਼ਮੀਨ ਤੋਂ ਇਨਕਮ ਦੇ ਉੱਤੇ ਰਹਿਤ ਨਹੀਂ ਹੈ। ਇਹ ਸੁਣ ਲਓ ਜੀ। ਐਗਰੀਕਲਚਰ ਇਨਕਮ ਤੇ ਹੈ, ਲੈਂਡ ਇਨਕਮ ਤੇ ਨਹੀਂ, ਇਹ ਫਰਕ ਹੈ। ਤੁਸੀਂ ਜ਼ਮੀਨ ਪਾਰਕਿੰਗ ਲਈ ਦੇਤੀ ਮੈਰਿਜ ਪੈਲੇਸ ਵਾਲੇ ਨੂੰ, ਉਹਦੇ ਉੱਤੇ ਇਨਕਮ ਟੈਕਸ ਲੱਗੂਗਾ ਜੀ। ਤੁਸੀਂ ਆ ਸਰਦਾਰਗੜ੍ਹ, ਚੁੱਗੇ, ਇੱਧਰ ਚਲੇ ਜਾਓ, ਕਿੰਨੇ ਵੱਡੇ ਲੱਗੇ ਵੇ ਆਪਣੇ ਸੋਲਰ ਪਲਾਂਟ, ਉਹਦੇ ਉੱਤੇ ਇਨਕਮ ਟੈਕਸ ਲੱਗਦਾ। ਮੈਨੂੰ ਕਹਿੰਦਾ ਜੀ ਸਾਨੂੰ ਤਾਂ ਵਾਹਵਾ ਠੇਕਾ ਮਿਲ ਗਿਆ। ਮੈਂ ਕਿੰਨਾ? ਕਹਿੰਦਾ ਜੀ 70000 ਤੇ ਮੈਂ ਕਿਹਾ ਇਨਕਮ ਟੈਕਸ ਉਹਦਾ ਹੀ ਕੱਟੀ ਜਾ।
GST ਵੀ ਕੱਟੀ ਦੀ ਹੈ ਤੇ ਮੈਂ ਕਿਹਾ ਪਿਆ ਤਾਂ 50,000 ਦੇ ਠੇਕੇ ਦੇ ਬਰਾਬਰ ਕਹਿੰਦੇ ਹੀ ਹੈ ਤੇ ਮੈਂ 50,000 ਉਹ ਹੈ। ਸੋ ਦਿਸ ਇਜ਼ ਕੰਟਰੈਕਟ ਫਾਰਮਿੰਗ। ਹੁਣ ਕੀ ਆ ਗਿਆ, ਹੁਣ ਵੱਡੇ ਕਾਰਪੋਰੇਟ ਕੀ ਕਹਿਣਗੇ, ਉਹਨਾਂ ਨੂੰ ਪਤਾ ਲੱਗਿਆ ਵੀ ਸਾਨੂੰ ਟੈਕਸ ਰਿਬੇਟਾਂ ਹੋਰ ਤਾਂ ਕਿਤੋਂ ਮਿਲਦੀਆਂ ਨਹੀਂ, ਤਾਂ ਕਿਉਂਕਿ ਬੜੇ ਛਾਤਰ ਲੋਕ ਹੁੰਦੇ ਆ, ਜਿੱਥੇ ਅਸੀਂ ਕੀ ਕਹਿੰਦੇ ਆ ਵੱਢ ਟੁੱਕ ਖਤਮ ਕਰ ਦਿੰਦੇ ਆ ਨਾ ਆਪਦੀ ਦਿਮਾਗ ਦੀ, ਉੱਥੇ ਉਹ ਕੰਨ ਖੁਰਕਣ ਲੱਗਦੇ ਆ ਵੀ ਅੱਛਾ ਤੂੰ ਇੱਥੋਂ ਕਿਤੇ ਥੱਕ ਗਿਆ, ਚੱਲ ਮੈਂ ਵੇਖਦਾ ਕੱਲ ਨੂੰ ਸੋਚਦਾ ਹੈ। ਭਾਈ ਸਾਹਿਬ ਉਹ ਕੀ ਕਹਿੰਦੇ ਨੇ ਕਿ ਅਸੀਂ ਕੰਟਰੈਕਟ ਫਾਰਮਿੰਗ ਕਰਕੇ 10,000 ਕਿੱਲਾ 15,000 ਕਿੱਲਾ ਲੈ ਲਾਂਗੇ ਤੇ ਜਿਹੜੀ ਉਹਦੀ ਐਗਰੀਕਲਚਰ ਇਨਕਮ ਹੋਊਗੀ ਉਹ ਤਾਂ ਅਸੀਂ ਤੇ ਇਨਕਮ ਟੈਕਸ ਰਿਬੇਟ ਲਵਾਂਗੇ ਜੀ। ਤੇ ਸ਼੍ਰੀਮਾਨ ਜੀ ਜਿਨ੍ਹਾਂ ਦੇ ਉਹ ਬੱਚੇ ਕੰਮ ਕਰਨ ਵਾਲੇ ਆ ਉਹ ਕਿੱਧਰ ਜਾਣਗੇ? ਬੇਕਾਰ ਜੀ। ਤੁਸੀਂ ਕਿਸੇ ਤੋਂ ਇੰਪਲੋਇਮੈਂਟ ਖੋਹ ਲੈਂਦੇ ਹੋ ਨਾ, ਤੁਸੀਂ ਕੀ ਕਰੋਗੇ? ਬੇਕਾਰ ਹੋ ਜਾਓਗੇ ਜੀ ਬਿਲਕੁਲ। ਜਾਂ ਲੁੱਟ ਖਸੁੱਟ ਕਰੋਗੇ, ਜਾਂ ਨਸ਼ੇ ਕਰੋਗੇ, ਜਾਂ ਸੁਸਾਈਡ ਕਰੋਗੇ। ਜੀ। ਵਿਹਲੜ ਬੰਦੇ ਦਾ ਕੀ ਕੰਮ ਹੁੰਦਾ? ਜੀ। ਵਿਹਲਾ ਮਨ ਸ਼ੈਤਾਨੀ ਦਾ ਘਰ। ਜੀ। ਸੋ ਆਹ ਸਥਿਤੀਆਂ ਜਿਹੜੀਆਂ ਜਿਸ ਚੀਜ਼ ਦੇ ਉੱਤੋਂ ਨਜ਼ਰ ਆ ਰਿਹਾ ਕਿ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਕਾਰਪੋਰੇਟ ਕਰਨ। ਸਾਜ਼ਿਸ਼ ਨਹੀਂ ਜੀ, ਇਹ ਤਾਂ ਉਹਨਾਂ ਦੀ ਪਲੈਨਿੰਗ ਹੈ। ਸਾਜ਼ਿਸ਼ ਤੇ ਪਲੈਨਿੰਗ 'ਚ ਬੜਾ ਫਰਕ ਹੈ ਜੀ। ਸਾਜ਼ਿਸ਼ ਤਾਂ ਘੜੀ ਜਾ ਚੁੱਕੀ ਹੈ, ਸਰਕਾਰ ਬਣ ਗਈ, ਉਹ ਸਾਜ਼ਿਸ਼ ਦੇ ਨਾਲ ਸਰਕਾਰ ਬਣ ਗਈ, ਤਾਂ ਪਲੈਨਿੰਗਸ ਜਿਹੜੀਆਂ ਨੇ ਉਹ ਲਾਗੂ ਹੋ ਰਹੀਆਂ, ਇੰਪਲੀਮੈਂਟ ਹੋ ਰਹੀਆਂ ਜੀ। ਦਾਨੇਵਾਲੀਆ ਸਾਹਿਬ, ਜੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਤੇ ਵੀ ਆਵਾਂਗੇ, ਪਰ ਜਿਹੜੀ ਤਸਵੀਰ ਕੱਲ ਬਣੀ ਆ, ਮਹਾ ਪੰਚਾਇਤ ਹੋਈ ਆ ਪੰਜਾਬ ਦੇ ਵਿੱਚ ਪਹਿਲੀ ਜਗਰਾਉਂ, ਬੜੇ ਲੋਕਾਂ ਦੇ ਭੁਲੇਖੇ ਵੀ ਦੂਰ ਹੋ ਗਏ ਹੋਣਗੇ। ਤੇ ਇੱਕ ਜਿਹੜੀ ਤਸਵੀਰ 26 ਤੋਂ ਪਹਿਲਾਂ ਸੀ, 26 ਵਾਲੀ, ਤੇ ਇਹ ਤਿੰਨਾਂ ਦੇ ਉੱਤੇ ਵੀ ਆਪਾਂ ਚਰਚਾ ਕਰ ਲਈਏ, ਥੋੜੀ ਝਾਤ ਪਾ ਲਈਏ ਵੀ ਕੱਲ ਵਾਲੀ ਤਸਵੀਰ ਨੇ ਬੜੇ ਲੋਕਾਂ ਦੇ ਭੁਲੇਖੇ ਦੂਰ ਕਰਤੇ ਹੋਣੇ, ਖਾਸ ਕਰਕੇ ਸੋਸ਼ਲ ਮੀਡੀਆ ਜਿਹੜੀ ਆਪਾਂ ਅਗਲੀ ਗੱਲ ਤੇ ਆਉਣਾ। ਦੇਖੋ ਤੁਹਾਨੂੰ ਕੀ ਪਤਾ ਵੀ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਕਮੈਂਟ ਕਰ ਰਿਹਾ ਕੌਣ ਹੈ? ਤੁਹਾਡੀਆਂ ਕਿੰਨੀਆਂ ਆਈਡੀਆਂ ਜੀ। ਜਵਾਕ ਆ ਚੌੜ ਚ ਹੀ 3-4 ਬਣਾ ਲੈਂਦੇ ਆ ਵੀ ਇਹਨੂੰ ਗਾਲਾਂ ਕੱਢਣੀਆਂ ਯਾਰ, ਇੱਕ ਬਣਾ ਲਓ। ਇੱਕ ਬੰਦੇ ਦੀਆਂ 4 ਸੋਸ਼ਲ ਆਈਡੀਜ਼ ਆ, ਉਹਦਾ ਦਿਮਾਗ ਤਾਂ ਇੱਕੋ ਹੀ ਹੈ ਨਾ। ਕੀ ਉਹ ਲੋਕਾਂ ਦਾ ਓਪੀਨੀਅਨ ਬਣ ਗਿਆ? ਜਦੋਂ ਲੋਕ ਫਿਜ਼ੀਕਲੀ ਕਿਸੇ ਨਾਲ ਜੁੜਨਗੇ ਓਪੀਨੀਅਨ ਉਹ ਬਣਦਾ। ਨਹੀਂ ਤਾਂ ਫਿਰ ਪੋਲੀਟੀਕਲ ਪਾਰਟੀਆਂ ਰੈਲੀਆਂ ਕਿਉਂ ਕਰਦੀਆਂ ਨੇ? ਫਿਰ ਤਾਂ ਸੋਸ਼ਲ ਮੀਡੀਆ ਤੇ ਕਹਿ ਦੇਣ ਮੇਰੇ ਤਾਂ ਜੀ ਇੰਨੇ ਫਾਲੋਅਰ ਹੈ, ਮੈਂ ਤਾਂ ਬਣ ਗਿਆ। ਕਈ ਬੰਦੇ ਗਾਉਣ ਵਾਲਿਆਂ ਨੂੰ, ਇੱਥੇ ਕੁਲਦੀਪ ਮਾਨਕ ਹੋਇਆ ਸੀ, ਕੁਲਦੀਪ ਮਾਨਕ ਦਾ ਤਾਂ ਕਿਉਂਕਿ ਸਾਡੇ ਕਿੰਨੀ ਵੋਟ ਨਿਕਲੀ ਕੁਲਦੀਪ ਮਾਨਕ ਨੂੰ, ਤੇ 5-5 ਪਿੰਡਾਂ ਦੇ ਲੋਕ ਖਾੜਾ ਸੁਣਨ ਜਾ ਵੜਦੇ ਸੀ। ਉਹ ਤਾਂ ਜਿੱਤਿਆ ਪਿਆ ਸੀ। ਜਦੋਂ ਵੋਟਾਂ ਨਿਕਲੀਆਂ ਕਹਿੰਦਾ ਯਾਰ ਮੈਂ ਨਾਲ ਮਾੜੀ ਕੀਤੀ ਦਾਦੇ ਨਾਲ, ਕਹਿੰਦਾ ਮੈਂ ਤਾਂ ਮਸਾਂ ਪੈਸੇ ਜੋੜੇ ਸੀ। ਮੈਂ ਕਿਹਾ ਸ਼੍ਰੀਮਾਨ ਜੀ ਤੁਹਾਡਾ ਉਹ ਕੰਮ ਨਹੀਂ ਸੀ। ਅਸੀਂ ਕਈ ਵਾਰੀ ਉਸ ਚੀਜ਼ ਨੂੰ ਲੈ ਲੈਂਦੇ, ਪਰ ਤੁਹਾਨੂੰ ਇੱਕ ਚੀਜ਼ ਦੱਸਾਂ, ਚਲੋ ਸਭ ਤੋਂ ਵੱਡੀ ਗੱਲ ਕੀ ਚੀਜ਼ ਹੈ ਜੀ, ਸਾਨੂੰ ਇੰਜ ਲੱਗਦਾ ਕਿ ਜਦੋਂ ਅਸੀਂ ਭਾਸ਼ਣ ਦਿੰਦੇ ਹਾਂ ਨਾ, ਹੁਣ ਕੀ ਚੀਜ਼ ਹੁੰਦੀ ਆ, ਦਿੱਲੀ ਦੇ ਮੁੱਖ ਮੰਤਰੀ ਸਾਹਿਬ ਜਦੋਂ ਆਏ, ਇਹਨਾਂ ਦੇ ਸਾਰਿਆਂ ਨੇ ਚਰਚਾ ਕੀਤੀ ਵੀ ਥੱਪੜ ਵੱਜਿਆ, ਮੂੰਹ ਤੇ ਸਾਈ ਪਈ, ਹੋਰ ਪਈ, ਉਹ ਵੀਡੀਓਜ਼ ਆਏ, ਐਕਸਪੋਜ਼ ਹੋਏ, ਅੱਖ ਮਾਰਦੇ ਸੀ, ਉਹ ਇੱਕ ਦਵਾਈ ਸਿੱਟ ਗਿਆ, ਕੋਈ ਸਾਈ ਸਿੱਟ ਗਿਆ, ਕੋਈ ਥੱਪੜ ਮਾਰ ਗਿਆ, ਉਹਦੇ ਨਾਲ ਲੋਕਾਂ ਦੀ ਸਿੰਪਥੀ ਬਣੀ, ਹੋਰ ਬਣਿਆ, ਸਾਰਾ ਕੁਝ ਹੋਇਆ। ਇਟ ਵਾਜ਼ ਅ ਡਰਾਮਾ ਬੇਸਿਕਲੀ। ਐਂਡ ਇਹ ਸੋਸ਼ਲ ਮੀਡੀਆ ਦੇ ਵਿੱਚ ਇਸ ਚੀਜ਼ ਦੀ ਦੇਣ ਵੀ ਆਮ ਆਦਮੀ ਪਾਰਟੀ ਦੀ ਆ। ਐਂਡ ਆਮ ਆਦਮੀ ਵੀ ਕਿੱਥੋਂ ਉਪਜੀ? ਕਰਪਸ਼ਨ ਅਗੇਂਸਟ ਇੰਡੀਆ ਤੋਂ। ਕਰਪਸ਼ਨ ਅਗੇਂਸਟ ਇੰਡੀਆ ਕਿਹਨੇ ਪ੍ਰਮੋਟ ਕੀਤੀ? ਕਾਰਪੋਰੇਟਾਂ ਨੇ। ਤੇ ਕਾਰਪੋਰੇਟਾਂ ਕੋਲੇ ਤਾਂ ਇਹ ਪਹਿਲਾਂ ਹੀ ਸੀ ਸਾਰਾ ਕੁਝ, ਕਿਉਂਕਿ ਉਹ ਲੋਕ ਤਾਂ ਆਪਦਾ ਸੌਦਾ ਵੇਚਦੇ ਸੀ ਜੀ, ਉਹ ਉਹਨੂੰ ਪ੍ਰਮੋਟ ਵੀ ਕਰਦੇ ਸੀ, ਕਿਉਂਕਿ ਉਹਨਾਂ ਨੇ ਇੱਕ ਚੀਜ਼ ਵੈਬਸਾਈਟ ਸੋਸ਼ਲ ਮੀਡੀਆ ਤੇ ਪਾਤੀ। ਜੇ ਉਹ ਚੀਜ਼ ਨੂੰ ਚੀਜ਼ ਕੀ ਹੁੰਦੀ ਹੈ, ਦੇਖੋ ਤੁਸੀਂ ਇੱਕ ਸੁਭਾਵਿਕ ਜਿਹਾ ਨੋਟ ਕਰ ਲਓ। ਆਪਾਂ ਮੈਂ ਕਿਸੇ ਤੋਂ ਪਹਿਲਾਂ ਮਾਫੀ ਮੰਗ ਕੇ ਕਹਿੰਦਾ ਕਿ 70% ਜਿਹੜੇ ਅਸੀਂ ਆ ਨਾ, ਅਸੀਂ ਲੋਕਾਂ ਦੇ ਮਗਰ ਹੀ ਲੱਗਦੇ ਯਾਰ, ਉਹ ਚੰਗਾ ਕਹਿੰਦਾ ਕਰ ਲਾ। ਇੱਕ ਪਿੰਡ 'ਚ ਇੱਕ ਟਰੈਕਟਰ ਹੈ ਨਾ, ਤੇ ਉਹ ਸਾਰੇ ਉਹੀ ਲਈ ਜਾਣਗੇ, ਕਿਤੇ ਕਿਸੇ ਨੇ ਸੋਚਿਆ ਵੀ ਦੂਜਾ ਲੈ ਲਈਏ। ਸੋ ਇਹ ਜਦੋਂ ਤੁਸੀਂ ਬਹੁਤਾਤ ਇੱਕ ਪਾਸੇ ਹੋ ਜਾਂਦੀ ਹੈ, ਉਹ ਵਰਚੁਅਲ ਬਹੁਤਾਤ ਕ੍ਰੀਏਟ ਕੀਤੀ ਜਾਂਦੀ ਹੈ ਜੀ। ਪੇਜਾਂ ਦੇ ਵਿੱਚ ਕਿੰਨੇ ਫੇਕ ਵਿਊਜ਼ ਆਉਂਦੇ ਨੇ, ਕਿੰਨੇ ਫੇਕ ਲਾਈਕਸ ਨੇ, ਕੀ ਤੁਹਾਨੂੰ ਤਾਂ ਪਤਾ ਨਾ ਵੀ ਮੈਂ ਅਸਲ 'ਚ ਸਟੈਂਡ ਕੀ ਕਰਦਾ, ਪਰ ਲੋਕ ਤਾਂ ਕਹਿੰਦੇ ਯਾਰ 1 ਲੱਖ ਬੰਦੇ ਨੇ ਦੇਖ ਲਿਆ। ਬਿਲਕੁਲ। ਤੇ ਉਹ 1 ਲੱਖ ਬੰਦੇ ਨੇ ਲਿਖਿਆ ਤੇ ਮੇਰੇ ਵਰਗਾ ਬਿਨਾਂ ਸੋਚੇ ਸਮਝੇ ਸ਼ੇਅਰ ਕਰ ਦਿੰਦਾ। ਐਂਡ ਕਈ ਵਾਰੀ ਤਾਂ ਤੁਸੀਂ ਇਹ ਵੀ ਚੀਜ਼ਾਂ ਦੇਖੋ ਕਿ ਜਦੋਂ ਕੋਈ ਵੀ ਰੁੱਤ ਆਉਂਦੀ ਹੈ, ਹੁਣ ਜਿਵੇਂ ਫਲੱਡ ਹੋਇਆ, ਤੁਸੀਂ ਇਹ ਫਲੱਡ ਉੱਤਰਾਖੰਡ ਦੇ 2013 ਵਾਲੇ ਫਲੱਡਸ ਦੀਆਂ ਵੀਡੀਓ ਆਉਣੀਆਂ ਸ਼ੁਰੂ ਹੋ ਜਾਣਗੀਆਂ,
ਵਰਡ ਦੀਆਂ ਵੀਡੀਓਜ਼ ਵੀ ਫਲੱਡਸ ਦੀਆਂ ਸ਼ੁਰੂ ਹੋ ਜਾਣਗੀਆਂ, ਡਿਜ਼ਾਸਟਰ ਵੀਡੀਓਜ਼ ਆਉਣੀਆਂ ਸ਼ੁਰੂ ਹੋ ਜਾਣਗੀਆਂ। ਸੋ ਕੁੱਲ ਮਿਲਾ ਕੇ ਜਿਹੜਾ ਸੋਸ਼ਲ ਮੀਡੀਆ ਇਹਨੂੰ ਐਵੇਂ ਵਰਚੁਅਲ ਵਰਲਡ ਨਹੀਂ ਕਿਹਾ ਗਿਆ। ਵਰਚੁਅਲ ਕੀ ਹੁੰਦਾ ਜੀ? ਬਣਾਵਟੀ। ਇਹ ਬਣਾਵਟੀ ਵਰਡ ਹੈ ਜੀ। ਅਸਲ ਤਾਂ ਧਰਤੀ ਆ, ਉਹਦੇ ਉੱਤੇ ਉਪਜੇ ਦਰਖਤ ਅਸਲ ਨੇ, ਉਹਦੇ ਉਪਜੇ ਵਸੇ ਜੀਵ ਅਸਲ ਨੇ, ਤੇ ਉਹਦੇ ਵਿੱਚ ਆਪਣੇ ਵਰਗੇ ਲੋਕ ਜਿਹੜੇ ਹੈਗੇ ਨੇ ਪੈਦਾ ਹੋਏ ਉਹ ਵਸਦੇ ਨੇ ਜੀ। ਇਹ ਗੱਲ ਸਮਝ ਗਏ? ਸੋ ਵਰਚੁਅਲ ਵਰਲਡ ਜਿਹੜਾ ਵਰਚੁਅਲ ਵਰਲਡ ਹੀ ਰਹੇਗਾ, ਅਸਲੀਅਤ ਅਸਲੀਅਤ ਹੀ ਰਹੇਗੀ। ਤੇ ਜਦੋਂ ਠੀਕ ਹੈ ਨੌਜਵਾਨ ਬੱਚੇ ਨੇ, ਪਹਿਲਾਂ ਕੀ ਹੁੰਦਾ ਸੀ ਨਾ, ਤੁਹਾਨੂੰ ਮੈਂ ਇੱਕ ਚੀਜ਼ ਦੱਸਦਾ, ਪਹਿਲਾਂ ਸੱਥ 'ਚ ਵੀ ਜੇ ਕਿਸੇ ਨੇ ਆਪਣੀ ਗੱਲ ਕਰਨੀ ਹੁੰਦੀ ਨਾ, ਪਿੰਡ 'ਚ ਕਿੰਨੇ ਕੁ ਬੰਦੇ ਬੋਲਦੇ ਸੀ, ਤੇ ਅਗਲਾ ਕਹਿੰਦਾ ਕਾਕਾ ਚੁੱਪ ਕਰਦਾ, ਇਹਨੂੰ ਪਤਾ ਨਹੀਂ, ਬਜ਼ੁਰਗ ਕਹਿੰਦੇ ਅਸੀਂ ਗੱਲ ਕਰ ਰਹੇ ਹਾਂ। ਉਹ ਫਿਰ ਉਹ ਸੁਣਦਾ, ਫਿਰ ਸੁਣ ਕੇ ਕੀ ਕਰਦਾ, ਉਹਨੂੰ ਸਮਝ ਕੇ ਆਪਣੇ ਆਪ ਤੇ ਵਿਚਾਰ ਕਰਦਾ, ਨਹੀਂ ਮੈਂ ਇੱਥੇ ਗਲਤ ਸੀ, ਇੱਥੇ ਸਹੀ ਸੀ। ਹੁਣ ਤਾਂ ਸ਼੍ਰੀਮਾਨ ਜੀ ਲੋੜ ਹੀ ਨਹੀਂ, 2 ਅੱਖਰ ਲਿਖ ਦਿਓ, ਦਾਨੇ ਵਾਲੀਏ ਨੂੰ 4 ਗਾਲਾਂ ਕੱਢ ਦਿਓ। ਹੁਣ ਕਈ ਬੰਦੇ ਤਾਂ ਹੀ ਖੁਸ਼ ਹੁੰਦੇ, ਆਹ ਬੰਦਾ ਯਾਰ ਦਾਨੇ ਵਾਲੀਏ ਨੂੰ ਗਾਲਾਂ ਕੱਢ ਗਏ, ਬੱਲੇ ਬੱਲੇ ਬੜਾ ਤਕੜਾ ਹੈ। ਆਏ ਨਹੀਂ ਪਤਾ ਵੀ ਰਜਾਈ 'ਚ ਬੈਠਾ ਕੱਢੀ ਜਾਂਦਾ, ਤੇ ਐਂ ਵੀ ਨਹੀਂ ਪਤਾ ਹੈ ਕੌਣ ਇਹ, ਤੇ ਐਂ ਵੀ ਨਹੀਂ ਪਤਾ ਰਹਿੰਦਾ ਕਿੱਥੇ ਹੈ। ਤੇ ਜੇ ਉਹਨੂੰ ਕਹਦੇ ਵੀ ਆ ਜਾ, ਉਹ ਜਿਵੇਂ ਇੱਕ ਚੁਟਕਲਾ ਅੱਜ ਕੱਲ੍ਹ ਨਹੀਂ ਬੜਾ ਪ੍ਰਚਲਿਤ ਹੋਇਆ, ਉਹ ਕਿਸੇ ਮੇਰੇ ਵਰਗੇ ਨੇ ਕੀ ਕਹਿੰਦੇ ਗੱਲਾਂ ਆਉਂਦੀਆਂ ਸੀ, ਵਾਹ ਉਹਨੇ ਪੇਜ ਬਣਾ ਲਿਆ, ਕਹਿੰਦਾ ਯਾਰ ਐਂ ਪੇਜ ਜਾ ਬਣਾ ਲਾ, ਉਹਦੇ ਲਲਕਾਰੇ ਮਾਰਨ ਲੱਗ ਪਿਆ, ਬੱਲੇ ਬਾਈ ਚੱਕ ਤੇ ਬਾਈ, ਉਹ 5-6 ਦਿਨਾਂ 'ਚ 2.5-3 ਲੱਖ ਬੰਦਾ ਜੁੜ ਗਿਆ ਉਹਦੇ ਨਾਲ। ਠੀਕ ਆ, ਉਹ ਮੁੜ ਕੇ ਉਹਨੇ ਗੁਆਂਢੀ ਨਾਲ ਲੈ ਲਿਆ ਪੰਗਾ, ਵੱਟ ਦਾ ਸੀ ਰੌਲਾ, ਆਹ ਦੇਖੋ ਬਾਈ ਮੇਰੇ ਨਾਲ ਧੱਕਾ ਕਰਦੇ ਆ, ਫਲਾਨਾ ਕਰਦੇ ਆ, ਮੇਰੀ ਵੱਟ ਤੱਕ ਲਈ, ਉਹ ਕਹਿੰਦੇ ਚੱਕ ਦੇ ਚੌਂਡੇ ਤੇਰੇ ਨਾਲ ਹੈ। ਉਹ ਦੂਜਾ ਤਾਂ ਇਹ ਸਮਝਾਉਂਦਾ ਸੀ, ਕਈ ਉਹਦੇ ਖਬਾੜ 'ਚ ਮਾਰੀ, ਉਹਦਾ ਸਿਰ ਪਾੜਤਾ। ਮੁੜ ਕੇ ਉਹ ਜਦੋਂ ਪੁਲਿਸ ਨੇ ਬਾਹਾਂ ਬੰਨ੍ਹ ਕੇ ਵਿੱਚ ਸਿੱਟ ਲਿਆ, ਤੇ ਮੁੜ ਕੇ ਮੋਬਾਈਲ ਵੀ ਖੋਹ ਲਿਆ, ਤੇ ਫਿਰ ਜਦੋਂ 323 ਲਾ ਕੇ ਤੇ ਜੇਲ੍ਹ 'ਚ ਠੋਕਿਆ, ਤੇ ਬੈਂਗਣਾ ਦੀ ਤਰੀ ਦੇ ਵਿੱਚੋਂ ਉਹ ਸਪੋਰਟ ਭਾਲਦਾ ਮੇਰੇ, ਉਹ ਤਾਂ ਕਹਿੰਦਾ ਸ਼ੁਕਰ ਹੈ ਵੀ 2 ਨਹੀਂ ਲੱਗੀ। ਸੋ ਵਰਚੁਅਲ ਜਿਹੜਾ ਵਰਡ ਹੈ ਨਾ, ਇੱਥੇ ਤਾਂ ਫੂਕਾਂ ਦੇ ਨਾਲ ਹੀ ਹੁੰਦੇ, ਜਿਵੇਂ ਮੈਚ ਨਹੀਂ ਹੁੰਦਾ ਜੀ, ਮੈਚ ਦੇਖਦੇ ਹੋ ਕਿੰਨੀਆਂ ਤਾੜੀਆਂ ਵੱਜਦੀਆਂ ਜੀ, ਬੰਦੇ ਛਿੱਕਾ ਲੱਗਦਾ ਤੇ ਕਿੰਨਾ ਰੌਲਾ ਪੈਂਦਾ। ਛਿੱਕਾ ਤਾਂ ਇੱਕ ਮਾਰਦਾ, ਰੌਲਾ ਦੂਜੇ ਪਾਉਂਦੇ ਆ ਜੀ। ਸੋ ਇਹ ਸਿਰਫ ਸਪੈਕਟੇਟਰਸ ਨੇ ਪੰਜਾਬੀ ਭਾਸ਼ਾ 'ਚ ਜੀ। ਆਡੀਅנס ਇੱਕ ਹੋਰ ਚੀਜ਼ ਹੁੰਦੀ ਹੈ, ਸਪੈਕਟੇਟਰਸ ਹੋਰ ਵਰਡ ਹੁੰਦਾ ਜੀ। ਸਪੈਕਟੇਟਰਸ ਆਰ ਨੈਵਰ ਪਾਰਟਿਸਪੈਂਟਸ ਜੀ। ਜਿਹੜੇ ਪਾਰਟਿਸਪੈਂਟ ਕਰਦੇ ਨੇ ਉਹਨਾਂ ਨੂੰ ਪਤਾ ਹੁੰਦਾ ਸੀ ਲੈਣ ਕੀ ਚੱਲੇ ਆ। ਤੁਸੀਂ ਮੇਰੇ ਕੋਲੇ ਆਏ ਹੋ, ਤੁਹਾਨੂੰ ਪਤਾ ਮੈਂ ਇੰਟਰਵਿਊ ਕਰਨਾ ਹੈ, ਤੇ ਇੱਥੇ ਮੈਂ ਗਾਣੇ ਸੁਣਾਉਣ ਲੱਗ ਪਾ ਕੈਮਰੇ ਦੇ ਅੱਗੇ, ਕਿੰਨਾ ਕੁ ਜਾਇਜ਼ ਆ ਦੱਸਿਓ ਮੈਨੂੰ। ਤੁਸੀਂ ਸਵਾਲ ਹੋਰ ਕਰੋ, ਮੈਂ ਤੁਹਾਨੂੰ ਹੋਰ ਪਾਸੇ ਲੈ ਜਾ, ਤੁਹਾਡਾ ਮਸਲਾ ਕੀ ਹੈ, ਮੈਂ ਹੋਰ ਪਾਸੇ ਲੈ ਜਾ, ਕਿੰਨੀ ਕੁ ਜਾਇਜ਼ ਆ ਗੱਲ। ਉੱਥੇ ਲੋਕਾਂ ਨੇ ਜਿਹੜੀ ਤੁਸੀਂ 26 ਤੋਂ ਪਹਿਲਾਂ ਗੱਲ ਕੀਤੀ, ਅਸੀਂ ਬੀਇੰਗ ਅ ਜਰਨਲਿਸਟ ਇਸ ਚੀਜ਼ ਨੂੰ ਅਬਜ਼ਰਵ ਕਰ ਲਿਆ ਸੀ ਕਿ ਜਿਹੜੇ ਤਬਦੀਲੀਆਂ ਵਾਲੇ ਇਨਕਲਾਬ ਨੇ, ਸੰਘਰਸ਼ ਨੇ, ਇਹ ਕਿਵੇਂ ਕਾਰਪੀਟ ਹੁੰਦੇ ਆ। ਇਹ ਬੱਚਿਆਂ ਨੇ ਤਾਂ ਪਹਿਲੇ ਸੰਘਰਸ਼ 'ਚ ਗਏ ਹੋਣੇ। ਅਸੀਂ ਬਤੌਰ ਜਰਨਲਿਸਟ ਉਹ ਸੰਘਰਸ਼ ਕਿੰਨੇ ਕਵਰ ਕੀਤੇ ਆ, ਕਿੰਨੇ ਲਾਠੀ ਚਾਰਜ, ਕਿੰਨੀਆਂ ਗੋਲੀਆਂ, ਕਿਵੇਂ ਅੱਗਾਂ ਲਾ ਪੁਲਿਸ ਲਾਉਂਦੀ ਆ, ਆਪ ਖੁਦ ਲਾਉਂਦੀ ਆ। ਹੁਣ ਤਾਂ ਚਲੋ ਵੀਡੀਓ ਆਉਣ ਲੱਗ ਪਏ, ਚਲ ਪਤਾ ਲੱਗ ਗਿਆ, CCTV ਕੈਮਰੇ ਪਤਾ ਲੱਗ ਗਿਆ। ਤੇ ਇਦੋਂ ਪਹਿਲਾਂ ਤਾਂ ਅਸੀਂ ਵੇਖਦੇ ਹੁੰਦੇ ਸੀ, ਕਿਉਂ ਸਾਨੂੰ ਪਤਾ ਹੁੰਦਾ ਸੀ ਵੀ ਜਿਹੜੇ ਦੰਗਾਕਾਰੀ ਨੇ ਕੋਈ ਚੀਜ਼ ਭੰਨਣੀ ਹੈ, ਰਿਪੋਰਟਰ ਉਹਦਾ ਵੀ ਦੁਸ਼ਮਣ ਹੈ, ਉਹਨੇ ਵੀ ਸਾਡੇ ਤੇ ਡਲਾ ਮਾਰਨਾ, ਫਿਰ ਪੁਲਿਸ ਨੇ ਉਹਨੂੰ ਕੁੱਟਣਾ ਤੇ ਉਹ ਵੀ ਅਸੀਂ ਲੈਣੀ ਹੈ, ਪੁਲਿਸ ਵੀ ਸਾਡੀ ਦੁਸ਼ਮਣ ਸੀ, ਕਿਉਂਕਿ ਦੋਹੇ ਧਿਰਾਂ ਪੱਤਰਕਾਰ ਨੂੰ ਕੁੱਟਦੀਆਂ ਸੀ। ਤੇ ਅਸੀਂ ਅਬਜ਼ਰਵ ਕਰਕੇ ਬਚ ਕੇ ਚੱਲਦੇ ਸੀ, ਤੇ ਸਾਨੂੰ ਵੀ ਪਤਾ ਹੁੰਦਾ ਸੀ ਆਹ ਬੰਦੇ ਸ਼ਰਾਰਤੀ ਪੁਲਿਸ ਦੇ ਆ, ਆਹ ਇਸ ਦੇ ਵਿੱਚ ਫਿੱਟ ਕੀਤੇ ਹੋਏ ਆ। ਸੋ ਇਹੋ ਜਿਹੀਆਂ ਗੱਲਾਂ ਦੇ ਵਿੱਚ ਜਦੋਂ ਸਰਕਾਰ ਕੋਈ ਛੋਟੀ ਮੋਟੀ ਚੀਜ਼ ਨਹੀਂ, ਤੇ ਇਹ ਸਰਕਾਰ ਕਿਹਦੀ ਬਣਾਈ ਵੀ ਹੈ, ਕਾਰਪੋਰੇਟਾਂ ਦੀ, ਉਹ ਐਡੀ ਛੇਤੀ ਬਦਲ ਦੇਊਗੀ? ਉਹ ਹਰ ਹੀਲਾ ਵਰਤੂਗੀ ਇਸ ਸੰਘਰਸ਼ ਨੂੰ ਫੇਲ ਕਰਨ ਦਾ, ਹਰ ਤਰ੍ਹਾਂ ਦੇ ਬੰਦੇ ਫਿੱਟ ਕਰੂਗੀ। ਹੁਣ ਉਹ ਕੀ ਕਰਦੇ ਨੇ, ਇਹਦੇ ਵਿੱਚ ਵੀ ਤੁਸੀਂ ਗੱਲ ਆ ਜਾਓ ਸੋਸ਼ਲ ਮੀਡੀਆ ਤੇ, ਉਹ ਆਇਡੈਂਟੀਫਾਈ ਕਰਦੇ ਆ ਤੁਹਾਡੀ ਪ੍ਰੋਫਾਈਲ ਤੋਂ ਵੀ ਤੁਹਾਡੀ ਸੋਚ ਕੀ ਆ, ਤੁਸੀਂ ਕਿੰਨੇ ਕੁ ਪੈਂਪਰ ਹੁੰਨੇ ਹੋ, ਕਿੰਨੇ ਕੁ ਅਗਰੈਸਿਵ ਹੋ। ਫਿਰ ਤੁਹਾਨੂੰ ਉਹੋ ਜਿਹੀ ਚੀਜ਼ ਦਿਖਾਈ ਜਾਂਦੀ ਆ, ਉਹੋ ਜਿਹੇ ਗਰੁੱਪਾਂ 'ਚ ਲਿਆ ਜਾਂਦਾ, ਤੇ ਉਹੋ ਜਿਹੇ ਬੰਦੇ ਤੋਂ ਉਹੋ ਜਿਹਾ ਕੰਮ ਕਰਵਾ ਦਿੱਤਾ ਜਾਂਦਾ। ਪਹਿਲਾਂ ਕੀ ਸੀਗਾ, ਪਹਿਲਾਂ ਥੋੜ੍ਹਾ ਜਿਹਾ ਔਖਾ ਕੰਮ ਸੀ, ਸ਼ਰਾਰਤੀ ਅਨਸਰ ਲੱਭਣਾ ਸੀ। ਤੁਸੀਂ ਕਿਸੇ ਪੁਰਾਣੇ ਬਜ਼ੁਰਗ ਨਾਲ ਗੱਲ ਕਰਿਓ, ਅੰਗਰੇਜ਼ਾਂ ਨੇ ਸਰਕਾਰੀ ਡਾਕੂ ਰੱਖੇ ਹੁੰਦੇ ਸੀ ਜੀ। ਜੇ ਕੋਈ ਤੇਰੇ ਮੇਰੇ ਵਰਗਾ ਵੱਧ ਬੋਲਦਾ ਨਾ ਅੰਗਰੇਜ਼ਾਂ ਦੇ ਘਰੇ, ਤੇ ਉਹਦੇ ਚੋਰੀ ਕਰਾ ਦਿੰਦੇ। ਹੁਣ ਗੱਲ ਕੀ ਸੀ, ਅਗਲੇ ਨੂੰ ਤਾਂ ਆਰਥਿਕ ਤੌਰ ਤੇ ਕਮਜ਼ੋਰ ਕਰਤਾ, ਕਿਸੇ ਦਾ ਘੋੜਾ ਲੈ ਗਏ, ਕਿਸੇ ਦਾ ਝੋਟਾ ਲੈ ਗਏ, ਕਿਸੇ ਦੀਆਂ 4 ਮੱਝਾਂ ਲੈ ਗਏ, ਉਹ ਆਪਦੀਆਂ ਮੱਝਾਂ ਲੱਭੇ ਕਿ ਅੰਗਰੇਜ਼ਾਂ ਦੇ ਖਿਲਾਫ ਸੰਘਰਸ਼ ਕਰੇ ਜੀ। ਸੋ ਸਰਕਾਰੀ ਡਾਕੂ ਇਸ ਉਦੋਂ ਵੀ ਸੀਗੇ, ਹੁਣ ਵੀ ਹੈਗੇ ਆ, ਤੇ ਆਉਂਦੇ ਸਮੇਂ 'ਚ ਵੀ ਰਹਿਣਗੇ। ਤੇ ਸੰਘਰਸ਼ਾਂ ਨੂੰ, ਲੋਕਾਂ ਨੂੰ ਫੇਲ ਕਰਨ ਦੇ ਲਈ
ਉਹਨਾਂ ਦਾ ਧਿਆਨ ਦੂਜੇ ਪਾਸੇ ਕਰਨ ਦੇ ਲਈ ਇਹੋ ਜਿਹੇ ਬੰਦੇ ਫਿੱਟ ਕੀਤੇ ਜਾਂਦੇ ਆ। ਹਾਂ, ਕਈ ਬੰਦੇ ਸਿਆਣੇ ਹੁੰਦੇ ਆ, ਉਹ ਕਹਿੰਦੇ ਕੋਈ ਨਹੀਂ ਯਾਰ ਤੂੰ 2 ਮਿੰਟ ਬੋਲ ਲੈ, ਅਸੀਂ ਠਹਿਰ ਕੇ ਗੱਲ ਕਰਨਾ। ਆਪਣੇ ਵੀ ਦੋਸਤਾਂ ਮਿੱਤਰਾਂ ਘਰਾਂ 'ਚ ਲੈ ਲਓ, ਜੇ ਕੋਈ ਬੰਦਾ ਬਾਹਲਾ ਬੋਲ ਯਾਰ ਤੂੰ 2 ਮਿੰਟ ਬੋਲ, ਫਿਰ ਇਹ ਕੰਮ ਦੀ ਕਾਕਾ ਜਾ ਤੂੰ ਹੁਣ ਇਹ ਕੰਮ ਦੀ ਗੱਲ ਕਰ ਲਈ। ਉਹ ਕਹਿੰਦਾ ਮੈਂ ਤਾਂ ਮਨਾ ਲੇ, ਮੈਂ ਤਾਂ ਥੱਲੇ ਲਾ ਲੇ, ਮੇਰੀ ਤਾਂ ਪੁੱਗ ਗਈ। ਉਹਨੂੰ ਇਹ ਨਹੀਂ ਪਤਾ ਵੀ ਤੇਰੇ ਤੋਂ ਖਹਿੜਾ ਛਡਾਉਂਦੇ ਆ ਜੀ। ਫਿਰ ਜਿਹੜੀ ਤੁਸੀਂ ਜਗਰਾਉਂ ਵਾਲੀ ਗੱਲ ਕਰ ਲਈ ਜੀ, ਚਲੋ ਆਪਾਂ ਨਹੀਂ, ਮੈਂ ਉਸ ਕੰਟਰੋਵਰਸੀ ਪੈਣਾ। ਗੁਰੂ ਮਹਾਰਾਜ ਨੇ ਮਿਹਰ ਕੀਤੀ ਹੈ, ਕਿਸਾਨ ਇਕੱਠੇ ਹੋਏ ਨੇ, ਪਰ ਜਿਹੜੇ ਲੋਕ ਆਪਦਾ ਇੱਕ ਅਲੱਗ ਟੀਚਾ ਲੈ ਕੇ ਗਏ ਸੀ, ਉਹ ਵੀ ਆਪਦੀ ਮਹਾ ਪੰਚਾਇਤ ਸੱਦਣ। ਇਹ ਕੋਈ ਨਾ ਅਕਾਲੀ ਦਲ ਦੀ, ਬੀਜੇਪੀ ਦੀ, ਕਾਂਗਰਸ ਦੀ ਰੈਲੀ ਨਹੀਂ ਸੀ ਜਿੱਥੇ ਬੱਸਾਂ ਦੇ ਕੇ, ਪਊਏ ਦੇ ਕੇ, ਨਸ਼ੇੜੀਆਂ ਨੂੰ, ਅਮਲੀਆਂ ਨੂੰ, ਭੰਗੀਆਂ ਨੂੰ ਦਿਹਾੜੀ ਦੇ ਕੇ ਲੈ ਕੇ ਗਏ ਸੀ। ਇਹ ਉਹ ਲੋਕ ਸੀਗੇ ਜਿਹੜਾ ਦੇ ਹੱਕ ਹਕੂਕ ਲੈਣ ਲਈ ਇਕੱਠੇ ਹੋਏ। ਤੇ ਭਾਈ ਤੁਸੀਂ ਮੁੱਦਾ ਚੱਕ ਲਓ, ਤੁਹਾਡੇ ਨਾਲ ਆ ਜਾਾਂਗੇ ਜੀ, ਬਿਲਕੁਲ। ਅਸੀਂ ਤੁਹਾਨੂੰ ਜਵਾਬ ਦਿੰਨੇ ਆ। ਕਿਸੇ ਨੇ ਭਗਤ ਸਿੰਘ ਨੂੰ ਵੇਚਤਾ, ਕਿਸੇ ਨੇ ਬਾਬਾ ਭਿੰਡਰਾਂ ਵਾਲੇ ਨੂੰ ਵੇਚਤਾ, ਕਿਸੇ ਨੇ ਪੰਜਾਬ ਨੂੰ ਵੇਚਤਾ। ਇਹ ਵਪਾਰੀ ਤਾਂ ਰਤਨਦੀਪ ਆਉਂਦੇ ਰਹਿਣਗੇ, ਸਦਾ ਰਹਿਣਗੇ, ਤੇ ਉਹਨਾਂ ਦੇ ਵਿੱਚੋਂ ਫਿਰ ਕੁਝ ਲੋਕ ਜਿਹੜੇ ਹੈਗੇ ਨੇ ਉਹ ਉਹਨਾਂ ਨਾਲ ਜੁੜਨਗੇ ਵੀ, ਤੇ ਉਹ ਆਇਡੈਂਟੀਫਾਈ ਵੀ ਹੋ ਜਾਂਦੇ ਨੇ। ਉਹ ਵੀ ਤੁਹਾਨੂੰ ਕਿਸੇ ਟਾਈਮ ਲੱਗਿਆ ਵੀ ਏਜੰਸੀਆਂ ਕਿਵੇਂ ਜਿਹੜੀਆਂ ਇਸ ਮੂਵਮੈਂਟਸ ਨੂੰ ਜਿਹੜੀਆਂ ਅਲੱਗ ਬਣਦੀਆਂ, ਕਿਉਂਕਿ ਆਪਾਂ ਕਿਸਾਨੀ ਦੀ ਗੱਲ ਕਰ ਰਹੇ ਹਾਂ। ਕਿਸਾਨੀ ਘੋਲ ਆ ਜਿਹੜੇ, ਜਾਂ ਕੋਈ ਵੀ ਜਿਹੜੇ ਤਬਦੀਲੀ ਲਿਆਉਣ ਵਾਲੇ ਸੰਘਰਸ਼ ਹੁੰਦੇ ਨੇ, ਉਹ ਕਿਵੇਂ ਤਾਰ ਪੀੜੋ ਹੁੰਦੇ ਨੇ। ਇਹ ਤਾਂ ਬਹੁਤ ਸੌਖਾ ਹੋ ਗਿਆ ਜੀ। ਘਰੇ ਬੈਠੇ ਵਾਰ ਰੂਮ ਬਣਿਆ, ਉੱਥੇ ਬੈਠੇ ਨੇ, ਤੁਹਾਡੀ ਇੱਕ ਇੱਕ ਚੀਜ਼ ਫਿਲਟਰ ਹੋ ਰਹੀ ਹੈ ਸਰਵਰ 'ਚ, ਤੁਹਾਨੂੰ ਆਇਡੈਂਟੀਫਾਈ ਕਰ ਲਿਆ, ਉਹੋ ਜਿਹਾ ਕੰਟੈਂਟ ਤੁਹਾਡੇ ਕੋਲੇ ਆ ਲਿਆ। ਹੁਣ ਤੁਸੀਂ ਦੇਖੋ, ਮੈਂ 2 ਦਿਨਾਂ ਦਾ ਦੇਖੀ ਜਾਂਦਾ, 20-25 ਦਿਨਾਂ ਬਾਅਦ ਨਾ ਨਵੇਂ ਪੇਜ ਜਿਹੇ ਆ ਜਾਂਦੇ ਆ, ਭੂਆ, ਬੇਬੇ ਦੀਆਂ ਗੱਲਾਂ, ਪੱਤੜ ਝਾੜ, ਚੌਂਟੇ ਚੱਕ। ਉਹ ਹੁੰਦਾ ਕੀ ਉਹਨਾਂ 'ਚ? ਖਬਰ ਦਾ ਟਾਈਟਲ ਹੋਰ, ਥੱਲੇ ਕੁਛ ਹੋਰ। ਮਾਫੀ ਚਾਹੁੰਦਾ ਮੈਂ ਤੁਹਾਡੇ ਤੋਂ ਇੱਕ ਜੀ, ਹਰ ਬੰਦੇ ਦੇ ਹੱਥ 'ਚ ਮਾਈਕ ਹੁੰਦਾ, ਉਹ ਪੱਤਰਕਾਰ ਨਹੀਂ ਹੁੰਦਾ ਜੀ, ਬਿਲਕੁਲ ਸਹੀ ਗੱਲ। ਹੁਣ ਕਈ ਸਵਾਲਤ ਕਰਨ ਲੱਗ ਪੈਂਦੇ ਜੀ, ਫਲਾਨੇ ਲੀਡਰ ਹੈ ਜਿਹੜੇ ਉਹ ਜਵਾਬ ਨਹੀਂ ਦਿੰਦੇ ਪੱਤਰਕਾਰਾਂ ਦਾ, ਕਿਉਂਕਿ ਉਹਨੂੰ ਪਤਾ ਹੁੰਦਾ ਵੀ ਇਹਨਾਂ ਕੋਲ ਸਵਾਲ ਹੀ ਹੈ ਨਹੀਂ, ਇਹ ਤਾਂ ਆਪ ਦਾ ਪੁੱਛਣ ਆਇਆ ਵੀ ਮੇਰੀ ਜਿਹੜੀ ਹੈ ਦਿਲ 'ਚ ਵਹਿਮ ਉਹ ਕੱਢ। ਹੁਣ ਸ਼੍ਰੀਮਾਨ ਜੀ ਸਿੰਘੂ ਬਾਰਡਰ ਕੋਈ ਆਪਾਂ ਪੰਜਾਬ ਦਾ ਮੀਡੀਆ ਘੱਟ ਕਰੀ ਜਾਂਦਾ ਗੋਦੀ ਮੀਡੀਆ ਨਾਲ? ਸਾਰੇ TRP ਤੇ ਲੱਗੇ ਹੋਏ ਆ, ਮੇਰਾ ਪੇਜ 2 ਲੱਖ, ਮੇਰਾ ਲੱਖ 5 ਲੱਖ, ਸਭ ਤੋਂ ਪਹਿਲਾਂ ਮੇਰੀ ਖਬਰ, ਸਾਰਾ ਪਹਿਲਾਂ ਹੋਰ ਕਿਸੇ ਨੂੰ ਨਾ ਦੇਖੋ, ਮੈਨੂੰ ਦੇਖੋ। ਕਿਉਂ? ਵੀ ਦੂਜਿਆਂ ਨੇ ਰੋਟੀ ਨਹੀਂ ਖਾਧੀ। ਪਰ ਕਾਰਨ ਕੀ ਹੈ? ਹੁਣ 15-16 ਹਜ਼ਾਰ ਦਾ ਮੋਬਾਈਲ ਜੀ, 500 ਦਾ ਲੈਪਲ, ਤੇ YouTube Facebook ਦੇ ਉੱਤੇ ਕੁਝ ਲੱਗਦਾ ਨਹੀਂ, ਉੱਥੋਂ ਹੀ ਚੱਕ ਕੇ ਐਡਿਟ ਕਰਕੇ ਪਾ ਦਿੰਦੇ ਆ। ਉਹਨੂੰ ਕੰਟੈਂਟ ਨਹੀਂ ਪਤਾ ਹੁੰਦਾ, ਉਹਦਾ ਇਹ ਨਹੀਂ ਪਤਾ ਹੁੰਦਾ ਮੈਂ ਸਾਹਮਣੇ ਵਾਲਾ ਹੈ ਕੌਣ, ਇਹਦੀ ਇੰਟਰਵਿਊ ਕਰ ਰਿਹਾ, ਇਹ ਬੰਦਾ ਕੌਣ ਹੈ, ਇਹ ਕਿਹੜੀ ਪਾਰਟੀ ਨਾਲ ਸੰਬੰਧਿਤ ਹੈ, ਇਹਦੀ ਪਾਰਟੀ ਦੀ ਪਾਲਿਸੀ ਲਾਈਨ ਕੀ ਹੈ, ਕਿਸਾਨ ਸੰਘਰਸ਼ ਕੀ ਹੈ, ਕਿਸਾਨਾਂ ਦੇ ਵਿੱਚ ਕਿੰਨੀਆਂ ਜਥੇਬੰਦੀਆਂ, ਕਿਹੜੇ ਜਥੇਬੰਦੀ ਦਾ ਕੀ ਇਤਿਹਾਸ ਹੈ, ਕਿਹੜੇ ਜਥੇਬੰਦੀ ਦਾ ਕੀ ਕੰਟਰੀਬਿਊਸ਼ਨ ਹੈ। ਹੁਣ ਕਈ ਬੰਦੇ ਕਹਿ ਦਿੰਦੇ ਆ ਵੀ ਤੂੰ ਤਾਂ ਐਂ ਕਹਿਣਾ ਵੀ ਮੈਂ ਤਾਂ ਭਰਾਵਾ ਕਿਸਾਨਾਂ ਨਾਲ ਖੜਾ, ਕਿਸਾਨ ਸੰਘਰਸ਼ ਜਿਹੜੇ ਸਾਡੇ ਲੀਡਰ ਆ ਉਹਨਾਂ ਨਾਲ ਖੜਾ, ਉਹਨਾਂ ਨੇ ਸਾਨੂੰ ਕਾਲ ਦਿੱਤੀ, ਅਸੀਂ ਚਲੇ ਗਏ। ਮੈਂ ਪੱਤਰਕਾਰਤਾ ਘੱਟ ਕੀਤੀ ਹੈ, ਮੈਂ ਉੱਥੇ ਆਪਦਾ ਕੰਮ ਜ਼ਿਆਦਾ ਕੀਤਾ, ਮੈਂ ਅਰੇਂਜਮੈਂਟਸ ਕਰਾਏ ਨੇ ਉੱਥੇ, ਬੱਚਿਆਂ ਨੂੰ ਪੜ੍ਹਾਇਆ ਵੀ ਅਗਰੈਸਿਵ ਬੱਚਿਆਂ ਨੂੰ, ਕਾਕਾ ਅਗਰੈਸਿਵ ਨਾ ਹੋ, ਮੈਂ ਉੱਥੇ ਟਾਈਮ ਲਾ ਕੇ ਆਇਆ, ਕਿਉਂਕਿ ਮੈਨੂੰ ਪਤਾ ਵੀ ਆਹ ਚੀਜ਼ਾਂ ਹੋ ਰਹੀਆਂ ਨੇ। ਛੋਟੇ ਪੱਤਰਕਾਰ ਜਿਹੜੇ ਚੰਗੇ ਸੀ ਉਹਨਾਂ ਨੇ ਵੀ ਸਮਝਾਇਆ ਵੀ ਕਾਕਾ ਪੱਤਰਕਾਰਤਾ ਆਹ ਹੁੰਦੀ ਆ, ਐਂ ਕਰੋ, ਪਰ ਨਹੀਂ ਸਮਝਦੇ, ਬ੍ਰੇਨ ਵਾਸ਼ ਆ ਉਹਨਾਂ ਦਾ, ਕਿਉਂਕਿ ਉਹਨਾਂ ਨੂੰ ਇੱਕ ਵਾਰੀ TRP ਰੇਸ 'ਚ ਨੇ। ਪਰ ਇੱਕ ਚੀਜ਼ ਦੱਸੋ ਨਾ, ਮੈਂ ਆਪਣੇ ਦਰਸ਼ਕਾਂ ਨੂੰ ਹੀ ਪੁੱਛ ਲੈਣਾ ਜੀ, ਤੁਸੀਂ ਕੱਲ ਦੀ ਗੱਲ ਪੇਜ ਦੇ ਉੱਤੇ ਲਾਈਵ ਕਰੀ ਜਾਂਦੇ ਹੋ, ਲਾਈਵ ਦੇ ਵਿੱਚ ਵਿਊ ਤਾਂ ਆ ਗਏ, ਪਰ ਤੁਸੀਂ ਮਿਸਲੀਡ ਕਿੰਨਾ ਕਰ ਰਹੇ? ਕਿੰਨੀਆਂ ਪੁਰਾਣੀਆਂ ਖਬਰਾਂ ਜਿਹੜੀਆਂ ਤੁਸੀਂ ਪੁਰਾਣੀਆਂ ਲਾਈਵ ਦਿਖਾ ਕੇ ਕੀ ਕਰ ਰਹੇ ਹੋ? ਤੁਸੀਂ ਤਾਂ ਸੰਘਰਸ਼ ਨੂੰ ਸਭ ਤੋਂ ਵੱਡੀ ਢਾਹ ਹੀ ਤੁਸੀਂ ਲਾ ਰਹੇ ਹੋ। ਜਿਹੜਾ ਸਾਡਾ ਮੀਡੀਆ ਹੈ, ਇਹਨੂੰ ਸੋਸ਼ਲ ਮੀਡੀਆ ਕਹਿ ਲਓ, ਇਹ ਸਭ ਤੋਂ ਵੱਡੀ ਢਾਹ ਹੀ ਇਹੀ ਲਾ ਰਹੇ ਨੇ, ਜਿਹੜੇ ਉੱਥੇ ਹਰੇਕ ਬੰਦਾ ਤੁਰ ਕੇ ਪੱਤਰਕਾਰ ਬਣ ਜਾਂਦਾ। ਸੋ ਮੈਂ ਭਰਾਵੋ ਤੁਹਾਨੂੰ ਇਹ ਗੱਲ ਕਹਿਣਾ ਕਿ ਹਰ ਬੰਦੇ ਦੇ ਹੱਥ 'ਚ ਜਿਹਦੇ 'ਚ ਮਾਈਕ, ਉਹ ਪੱਤਰਕਾਰ ਨਹੀਂ ਹੈ ਜੀ। ਪਰ ਮਜਬੂਰੀ ਬਣ ਗਈ, ਮਜਬੂਰੀ ਇਹ ਬਣ ਗਈ, ਦੂਜੇ ਪਾਸੇ ਕਾਰਪੋਰੇਟਾਂ ਦਾ ਮੀਡੀਆ ਸੀ, ਗੱਲ ਕਰਨ ਵਾਲਾ ਕੋਈ ਹੈ ਨਹੀਂ ਸੀ। ਉਹ ਫਿਰ ਜਦੋਂ ਤੁਹਾਨੂੰ ਪਤਾ ਨਾ ਵੀ ਇੱਕ ਵਾਰੀ ਜਦੋਂ ਉਗਦਾ ਤੇ ਬਹੁਤ ਕੁਛ ਉੱਗ ਪੈਂਦਾ, ਫਿਰ ਝੜ ਜਾਂਦਾ। ਜਿਵੇਂ 26 ਤੋਂ ਬਾਅਦ
ਪਿਕਨਿਕਾਂ ਵਾਲੇ ਮੁੜੇ ਆਏ, ਲਲਕਾਰੇ ਮਾਰਨ ਵਾਲੇ ਚੁੱਪ ਕਰਕੇ ਬਹਿ ਗਏ। ਲੋਕਾਂ ਨੂੰ ਪਤਾ ਲੱਗ ਗਿਆ ਕੌਣ ਸਾਡੇ ਨਾਲ ਖੜਾ ਹੈ। ਕਿਸਾਨੀ ਪਹਿਲਾਂ ਦੇਖੋ, ਅਸੀਂ 2% ਆ ਸਿੱਖ ਮਸਲਾ ਜੀ, 2% ਪੰਜਾਬ ਭਾਰਤ 'ਚ ਹੈ। ਪੰਜਾਬ ਦੇ ਵਿੱਚ ਅਸੀਂ 30% ਤੋਂ ਉੱਤੇ ਹੈ ਜੀ, ਗਿਣਤੀ ਕੱਢ ਲਓ ਜੀ। ਸ਼੍ਰੀਮਾਨ ਜੀ ਜਿਹੜੇ ਦੂਜੇ ਬਾਹਰ ਬੈਠੇ ਆ, ਸਾਡੇ ਮਸਲੇ ਬੜੇ ਨੇ, ਜ਼ਮੀਨ ਜਾਇਦਾਦ ਉੱਥੇ ਆ, ਤੁਸੀਂ ਕਿੰਨਾਂ ਨੂੰ ਜ਼ਮੀਨਾਂ ਦੇ ਦਿਓਗੇ? ਕੱਢੋ। ਕੀ ਤੁਸੀਂ ਅਮਰੀਕਾ 'ਚ ਤਾਂ ਅਸੀਂ ਜਾਂਦੇ ਹਾਂ, ਕੈਨੇਡਾ 'ਚ ਅਸੀਂ ਜਾਂਦੇ ਹਾਂ, ਸਾਨੂੰ ਤੁਸੀਂ ਉੱਥੇ ਆਏ ਵੇਖਦੇ ਹੋ ਜਿਵੇਂ ਤੁਹਾਡਾ ਪਤਾ ਨਹੀਂ ਕੀ ਕਰ ਲਿਆ। ਜੇ ਕੋਈ ਬੱਚਾ ਆਪਣਾ ਨਵਾਂ ਸਟੂਡੈਂਟ ਜਾ ਵੜਿਆ ਉੱਥੇ ਸੈਟਲ ਹੋਣ, ਉਹਦੇ ਨਾਲ ਉਹ ਦੁਰਗਤੀ ਕਰਦੇ ਅਸੀਂ। ਤੇ ਗੱਲ ਕੀ ਕਰਦੇ ਅਸੀਂ? ਗੱਲ ਕਰਦੇ ਹਾਂ ਸਿੱਖ ਰਾਜ ਦੀ ਪ੍ਰਾਪਤੀ ਦੀ। ਉਹ ਪਹਿਲਾਂ ਸਿੱਖਾਂ ਨੂੰ ਇਸਟੈਬਲਿਸ਼ ਤਾਂ ਕਰ ਲਓ। ਜੇ ਕੋਈ ਬੰਦਾ ਬਾਹਰ ਜਾਂਦਾ ਉਹਦੀ ਮਦਦ ਕਰੋ। ਅਸੀਂ ਤਾਂ ਉੱਥੇ ਵੀ ਸਿੱਖ ਦਾ ਸਿੱਖ ਦੁਸ਼ਮਣ। ਇਹ ਸਟੂਡੈਂਟ ਹੈ ਜੀ, ਸਾਡੀਆਂ ਕੁੜੀਆਂ ਤੇ ਲਾਛਣ ਲਾ ਦਿਓ, ਪਹਿਲਾਂ ਸਿੱਖਾਂ ਨੂੰ ਨਸ਼ੇੜੀ ਕਹਿਤਾ। ਤਾਂ ਜਿਹੜੇ ਵੀਰ ਬਾਹਰ ਵੀ ਇੱਕ ਏਜੰਸੀਆਂ ਨੇ, ਉੱਥੇ ਵੀ ਜਿਹੜੇ ਅਸਲ ਸਿੱਖ ਆ ਵਿਚਾਰੇ ਸਾਡੇ ਪੰਜਾਬੀ, ਉਹਨਾਂ ਦਾ ਪੰਜਾਬ ਦਾ ਫਿਕਰ ਹੈ, ਪਰ ਉੱਥੇ ਵੀ ਕਿੰਨੇ ਕੁ ਤੁਸੀਂ ਕੱਢ ਲਓ। ਮੇਰੇ ਆਪਾਂ ਬਹਿ ਜਾਓ ਰਤਨਦੀਪ, ਆਪਣੇ ਕੱਢ ਲਓ, ਮੈਂ ਬੈਠਾ ਕੱਢਦਾ ਲੈ 50 ਤੋਂ 200 ਤੋਂ ਉੱਤੇ ਬੰਦਾ ਨਹੀਂ ਹੋਣਾ ਜਿਹੜਾ ਕੀ ਕਹਿੰਦੇ ਆ ਇਹ ਕੰਮ ਨੂੰ ਸਾਰੇ ਨੂੰ ਇਫੈਕਟਿਵਲੀ ਕੰਮ ਨਹੀਂ। ਬਾਕੀ ਤਾਂ ਵਿਚਾਰੇ ਸੁਣਦੇ ਨੇ, ਉਹਨਾਂ ਕੋਲ ਤਾਂ ਸਮਝ ਹੀ ਨਹੀਂ ਜੀ। ਉਹ ਹਰੇਕ ਥਾਂ ਤੇ ਉਹਨਾਂ ਦੀ ਚੁੰਝਬਾਜੀ ਹੁੰਦੀ ਹੈ, ਹਰੇਕ ਥਾਂ ਤੇ ਉਹਨਾਂ ਨੇ ਟੇਢੀ ਗੱਲ ਕਰਨੀ ਹੈ। ਹੁਣ ਬੀਜੇਪੀ ਦਾ ਜਿਹੜਾ ਆਰਐਸਐਸ ਦਾ ਆਈਟੀ ਸੈੱਲ ਸੀਗਾ, ਪੰਜਾਬੀ ਆਪਣੇ ਨਾਲ ਵਧੀਆ ਹੁੰਦੀ ਹੈ। ਮੈਂ ਤਾਂ 2-3 ਆਰਐਸਐਸ ਦੇ ਬੰਦੇ ਮਿਲਾ ਦਿੰਦਾ। ਤੁਸੀਂ ਗੁਰੂ ਗ੍ਰੰਥ ਸਾਹਿਬ ਤੇ ਗੱਲ ਕਰ ਲਓ, ਤੁਹਾਨੂੰ ਨਹੀਂ ਪਤਾ ਹੋਣਾ, ਤੁਹਾਡੇ ਫਾਦਰ ਨੂੰ ਨਹੀਂ ਪਤਾ ਹੋਣਾ ਜਿੰਨੀਆਂ ਉਹਨਾਂ ਨੂੰ ਗੱਲਾਂ ਪਤਾ, ਸਾਡੇ ਗਿਆਨੀ ਨੂੰ ਨਹੀਂ ਪਤਾ ਹੁੰਦਾ। ਕਿਉਂਕਿ ਜਿਹੜੇ ਧਰਮ ਬਾਰੇ ਉਹਨਾਂ ਨੇ ਪੈਨੀਟ੍ਰੇਟ ਜਾਜਬ ਕਰਨਾ, ਉਹਦੇ ਬਾਰੇ ਪਤਾ ਹੁੰਦਾ ਉਹਨਾਂ ਸਟੱਡੀ ਕਰਦੇ ਨੇ। ਪੰਜਾਬੀ ਤੁਹਾਡੇ ਤੋਂ ਵਧੀਆ ਪੜ੍ਹਦੇ ਆ। ਮੇਰੇ ਤਾਂ ਸਿਹਾਰੀ ਬਿਹਾਰੀ ਦੇ 150 ਨੁਕਸ ਨਿਕਲਦੇ ਆ, ਉਹਨਾਂ ਦਾ ਇੱਕ ਵੀ ਨਿਕਲਦਾ। ਤੇ ਉਹ ਕਿੱਥੋਂ ਆ ਗਏ ਲੋਕ ਆਲ ਆਫ ਸਡਨ? ਉਹ ਤੁਹਾਡੇ ਨਾਲ ਕਿੱਥੋਂ ਜੁੜ ਗਏ? ਤੁਸੀਂ ਉਹਨਾਂ ਦੀਆਂ ਗੱਲਾਂ ਨੂੰ ਫਾਲੋ ਕਰਨ ਲੱਗ ਪਏ। ਕਿਉਂਕਿ ਇਹ ਸੰਘਰਸ਼ ਨੂੰ ਸਿੱਖਾਂ ਦਾ ਬਣਾਉਣਾ ਚਾਹੁੰਦੇ ਸੀ। ਉਹ ਸੀ ਦਾ ਕਿਸਾਨੀ ਮਸਲਾ ਜੀ। ਦੇਖੋ, ਨੋ ਡਾਊਟ ਡਰ ਕੀ ਤੋਂ ਹੁੰਦਾ? ਡਰ ਲੀਡਰ ਤੋਂ ਹੁੰਦਾ। ਲੀਡਰ ਕਿੰਨੇ ਹੁੰਦੇ ਨੇ? ਇੱਕ ਜਾਂ ਦੋ। ਫੌਜ ਦਾ ਜਰਨੈਲ ਕਿੰਨੇ ਹੁੰਦੇ ਆ? ਇੱਕ। ਫਿਰ ਉਹਦੇ ਲੈਫਟੈਨੈਂਟ ਹੁੰਦੇ ਨੇ, ਫਿਰ ਬ੍ਰਿਗੇਡੀਅਰ ਹੁੰਦੇ ਆ, ਫਿਰ ਸੀਓ ਹੁੰਦਾ। ਜਦੋਂ ਜਰਨੈਲ ਨੂੰ ਸਭ ਤੋਂ ਵੱਧ ਪ੍ਰੋਟੈਕਸ਼ਨ ਦਿੱਤੀ ਜਾਂਦੀ ਹੈ, ਉਹ ਜੰਗੇ ਮੈਦਾਨ 'ਚ ਨਹੀਂ ਲੜਦਾ, ਆਰਡਰ ਪਾਸ ਕਰਦਾ, ਪਰ ਉਹ ਫੌਜ ਨੂੰ ਜਿਤਾਉਂਦਾ ਹੈ। ਤੇ ਜਿਹੜੇ ਜਰਨੈਲ ਹੁੰਦੇ ਨੇ, ਇਹਨਾਂ ਨੇ ਫੌਜ ਮਰਵਾਉਣੀ ਨਹੀਂ ਹੁੰਦੀ, ਜੋਸ਼ ਵੀ ਭਰਨਾ ਹੁੰਦਾ। ਚੱਕ ਦਿਆਂਗੇ, ਫੱਟੇ ਮਾਰ ਦਿਆਂਗੇ, ਕਰ ਦਿਆਂਗੇ, ਪਰ ਮੌਕੇ ਤੇ ਵੀ ਦੇਖਣਾ ਕਿ ਇੱਥੇ ਬਚਾਉਣਾ ਵੀ ਹੈ ਜੀ, ਵੀ ਠੰਡਾ ਵੀ ਨਾ ਹੋ ਜਾਏ ਫੌਜ ਦਾ ਜੋਸ਼। ਸੋ ਜਿਹੜੇ ਉੱਥੇ ਅਸੀਂ ਗਏ ਹਾਂ, ਅਸੀਂ ਉਹਨਾਂ ਲੀਡਰਾਂ ਦੇ ਫੌਜੀ ਹਾਂ, ਉਹ ਸਾਡੇ ਨਾਲ ਵੱਡੇ ਨੇ, ਤੇ ਉਹਨਾਂ ਦੀ ਗਾਈਡੈਂਸ ਨਾਲ ਅਸੀਂ ਅੱਗੇ ਚੱਲਣਾ। ਹੁਣ ਕਹੀ ਜਾਂਦਾ ਜੀ ਤੁਸੀਂ ਤਾਂ ਸੱਦ ਲਿਆ। ਉਹ ਭਾਈ ਸਰਕਾਰ ਨੂੰ ਵੀ ਤਾਂ ਦਿਖਾਉਣਾ ਸਾਡੇ ਮਗਰ ਕਿੰਨੇ ਆ, ਮਰਵਾਉਣੇ ਤਾਂ ਨਹੀਂ ਜਵਾਕ ਉੱਥੇ। ਆਪਾਂ ਵਿਆਹ ਸ਼ਾਦੀਆਂ ਦੇ ਇਕੱਠ ਨਹੀਂ ਕਰਦੇ ਜੀ। ਕਾਹਦੇ ਲਈ ਕਰਦੇ? ਰੁਤਬਾ ਦਿਖਾਉਣ ਨੂੰ, ਵੀ ਮੇਰੇ ਮਗਰ ਇੰਨਾ ਹੈ, ਮੇਰਾ ਸਹਿਚਾਰ ਇੰਨਾ ਹੈ। ਤੇ ਸ਼੍ਰੀਮਾਨ ਜੀ ਉਹ ਵੀ ਸਾਨੂੰ ਦੱਸਦੇ ਨੇ, ਭਾਈ ਪੰਜਾਬ ਦੇ ਕਿਸਾਨ ਸਾਡੇ ਨਾਲ ਨੇ। ਤੇ ਪੰਜਾਬ ਦੇ ਕਿਸਾਨ ਕਿਉਂਕਿ ਲੀਡਰ ਉੱਭਰੇ, ਉਹ ਕਹਿੰਦੇ ਕੋਈ ਨਹੀਂ। ਕਿਉਂਕਿ ਗੱਲ ਕੀ ਸੀਗਾ, ਹਰਿਆਣੇ ਦੇ ਜਾਟਾਂ ਨੂੰ ਬਲਾਤਕਾਰੀ ਕਰਕੇ ਕੁੱਟ ਕੇ ਕੱਢਤਾ, ਉਹਨਾਂ ਦੇ ਹਜੇ ਤਾਜ਼ੀ ਦਾ ਡਰ ਸੀ। ਪੰਜਾਬ ਦੇ ਮੁੰਡਿਆਂ 'ਚ ਡਰ ਨਹੀਂ ਸੀ, ਕਿਉਂਕਿ ਇਹਨਾਂ ਨੇ 92 ਤੋਂ ਬਾਅਦ ਵਾਲੇ ਜੰਮੇ ਜ਼ਿਆਦਾ ਨੇ ਜੀ। ਕਿਉਂਕਿ 92 ਬਾਅਦ ਤਾਂ ਤਸ਼ੱਦਦ ਹੀ ਖਤਮ ਹੋ ਗਿਆ ਸੀ ਜੀ। ਹੁਣ ਜਿਨ੍ਹਾਂ ਨੇ ਅਸੀਂ ਤਸ਼ੱਦਦ ਦੇਖਿਆ, ਅਸੀਂ ਕਹਿੰਦੇ ਹਾਂ ਕਿ ਕਿਸੇ ਤੇ ਹੋਵੇ ਨਾ, ਅਸੀਂ ਸਮਝਾ ਕੇ ਚੱਲਦੇ ਹਾਂ, ਠੀਕ ਹੈ। ਪਰ ਇਸ ਗੌਰਮੈਂਟ ਨੂੰ ਪੰਜਾਬ 'ਚ ਉੱਭਰਿਆ, ਪੰਜਾਬ ਕਿਉਂਕਿ ਲੀਡਰ ਸਥਾਪਿਤ ਹੋ ਗਿਆ, ਉਹਨਾਂ ਦੀਆਂ ਪਾਲਿਸੀਆਂ ਦਾ ਅਗੇਂਸਟ ਸਥਾਪਿਤ ਹੋ ਗਿਆ, ਉਹਨਾਂ ਦੇ ਅੱਗੇ ਬੋਲਣ ਲਾਤਾ, ਉਹਨਾਂ ਨੇ ਭਾਰਤ ਨੂੰ ਖੜਾ ਕਰਤਾ ਕਿ ਉਹ ਪੰਜਾਬ ਨੂੰ ਬਰਦਾਸ਼ਤ ਕਰਨਗੇ। ਨਾਰਾ ਦੇਤਾ ਜੀ, ਜ਼ਮੀਰਾਂ ਨਾਲ ਜ਼ਮੀਨਾਂ ਬਚਾਈਆਂ ਤਾਂ ਕੀ ਬਣਾਈਆਂ? ਕਿਹੜੀ ਜ਼ਮੀਰ ਵੇਚਤੀ ਵੀ ਅਸੀਂ ਉੱਥੇ? ਦੱਸੋ ਮੈਨੂੰ, ਇਹੋ ਜਿਹੀ ਕਿਹੜੀ ਜ਼ਮੀਰ ਵੇਚੀ ਹੈ? ਖਾਲਿਸਤਾਨ ਦੀ ਤਾਂ ਪੰਜਾਬ 'ਚ ਕੋਈ ਮੰਗ ਨਹੀਂ। ਅਸੀਂ ਕਹਿੰਦੇ ਹਾਂ ਕਿ ਸਾਡੇ ਅਧਿਕਾਰ ਹੋਣੇ ਚਾਹੀਦੇ ਆ। ਸਾਡਾ ਦੇਸ਼ ਹੈ, ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਦੇਸ਼ ਬਣਾਇਆ। ਆਈ ਛੱਡ ਦਈਏ ਇਹਨਾਂ ਨੂੰ? ਆਈ ਹਿੰਦੂ ਰਾਜ ਸਥਾਪਿਤ ਹੋਣ ਦੇ ਦਈਏ? ਆਈ ਕਿਸੇ ਦੀ ਗੱਲ ਚੱਲਣ ਦੇ ਦਈਏ? ਇਟ ਇਜ਼ ਅ ਡੈਮੋਕ੍ਰੈਟਿਕ ਸਟੇਟ। ਹਰ ਵਿਅਕਤੀ ਦੀ ਗੱਲ ਹੋਊਗੀ ਜੀ। ਕਨਸਟੀਟਿਊਸ਼ਨ ਹਰ ਵਿਅਕਤੀ ਦੀ ਗੱਲ ਕਰਦਾ। ਉਹ ਤਾਂ ਕਹਿੰਦੇ ਆ ਵੀ ਤੁਸੀਂ ਸੈਪਰੇਟ ਬਣ ਜਾਓ, ਤੁਹਾਨੂੰ ਕੁੱਟੀ ਜਾਵਾਂਗੇ। ਕਸ਼ਮੀਰ ਵਾਲਿਆਂ ਨੇ ਕੀ ਕਰਤਾ? ਉਹ ਤਾੜਤੇ ਨਾ ਅੰਦਰ, ਤੁਹਾਨੂੰ ਤਾੜ ਦੇਣਗੇ। ਕੀ ਹੋ ਗਿਆ ਸੀ 26 ਨੂੰ? ਸ਼੍ਰੀਮਾਨ ਜੀ ਇਹਦਾ ਕਿਸਮਤ ਅੱਛੀ ਹੈ, 84 ਭੁੱਲ ਜਾਂਦੇ ਲੋਕ ਜੀ। ਉਹਨੇ ਸੋਚਿਆ ਬੰਦੇ ਨੇ ਕਿ ਤੂੰ ਸਿੱਖ ਕੌਮ ਨਾਲ ਕੀ ਗਦਾਰੀ ਕਮਾਉਣ ਚੱਲੇ?
ਕੀ ਏਜੰਡਾ ਹੈ? ਜਿਹੜੇ ਕੰਮ ਲਈ ਅਸੀਂ ਆਏ ਆ ਉਹ ਕਰੀਏ ਪਹਿਲਾਂ। ਜੇਬ 'ਚ 4 ਪੈਸੇ ਆ, ਸਾਰਾ ਕੁਝ ਕਰ ਲਾਂਗੇ, ਜ਼ਮੀਨਾਂ ਜਾਇਦਾਦਾਂ ਸਾਰਾ ਕੁਝ ਕਰ ਲਾਂਗੇ। ਤੇ ਤੂੰ ਆਡੀ ਨੱਕਾ ਮੋੜ ਕੇ ਲੈ ਗਿਆ, ਰਤਨ ਦੀ ਵਾਹੀ ਕਰਾਉਣਾ। ਜੇ ਤੇਰੇ ਅੱਧਾ ਘੇਰਾ ਪਾਣੀ ਦਾ ਲੱਗਿਆ ਹੋਇਆ, ਮੈਂ ਨੱਕਾ ਤੋੜ ਕੇ ਲੈ ਜਾ, ਫਿਰ ਤੂੰ ਕਵੇਂ, ਮੈਂ ਕਹਾਂ ਯਾਰ ਮੇਰੀ ਫਸਲ ਮੱਚਦੀ ਹੈ, ਤੂੰ ਕਵੇਂ ਮੈਂ ਕੀ ਕਹਿੰਦਾ ਇੱਟਾਂ ਥੱਪਣ ਨੂੰ ਪਾਣੀ ਚਾਹੀਦਾ, ਮੈਂ ਵੱਢ ਕੇ ਲੈ ਗਿਆ। ਇੱਟਾਂ ਤਾਂ ਮਗਰੋਂ ਵੀ ਥੱਪੀਆਂ ਜਾਣਗੀਆਂ ਜੀ। ਕੀ ਇੱਟਾਂ ਥੱਪੇ ਬਿਨਾਂ ਕੀ ਕਹਿੰਦਾ ਦੁਨੀਆ ਡਿੱਗਦੀ ਆ ਜੀ? ਫਸਲ ਬਚਾਉਣੀ ਜ਼ਰੂਰੀ ਹੈ ਜੀ। ਦਾਨੇਵਾਲੀਆ ਸਾਹਿਬ, ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਇਸ ਗੱਲ ਨੂੰ ਲੈ ਕੇ ਤੁਹਾਡੇ ਵਰਗੇ ਸੀਨੀਅਰ ਪੱਤਰਕਾਰ ਵੀ ਟਰੋਲ ਹੋਏ, ਤੇ ਖਾਸ ਕਰਕੇ ਕਾਫੀ ਕਿਸਾਨ ਆਗੂ ਵੀ ਟਰੋਲ ਹੋਏ, ਜਾਂ ਇਹੋ ਜਿਹੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਵੀ ਇਹਨਾਂ ਹੀ ਤਾਂ ਵੱਡੇ ਬੰਦਿਆਂ ਦੇ ਨਾਲ ਮੀਟਿੰਗ ਹੋ ਗਈ, ਖਾਸ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ। ਪੰਜਾਬ ਤੋਂ ਗਏ ਆ ਜੀ ਪ੍ਰਸ਼ਾਸਨਿਕ ਅਧਿਕਾਰੀ, ਦਿੱਲੀ ਤੋਂ ਆਏ ਨੇ, ਉੱਥੇ ਇਹਨਾਂ ਨੂੰ ਮੁੱਖ ਮੰਤਰੀ ਕਹਿ ਕੇ ਸੰਬੋਧਿਤ ਕੀਤਾ ਜਾਂਦਾ। ਜੇ ਆਪਾਂ ਰਾਜੇਵਾਲ ਸਾਹਿਬ ਦੀ ਗੱਲ ਕਰੀਏ, ਇਹੋ ਜਿਹੀਆਂ ਚੀਜ਼ਾਂ ਸਾਹਮਣੇ ਆਈਆਂ, ਤੁਹਾਨੂੰ ਟਰੋਲ ਕੀਤਾ ਗਿਆ। ਬਖਤੌਰ ਸਿੰਘ ਢਿੱਲੋਂ ਦੀ, ਉਹਨਾਂ ਦੀ ਸੀਨੀਅਰ ਜਰਨਲਿਸਟ ਨੇ, ਤੁਹਾਡੇ ਨਾਲ ਰਹਿੰਦੇ ਨੇ, ਉਹਨਾਂ ਦੀ ਇੱਕ ਇੰਟਰਵਿਊ ਆਉਂਦੀ ਹੈ ਜਦੋਂ ਦੀਪ ਸਿੱਧੂ ਤੇ ਸਿੱਧਾ ਬਲੇਮ ਲਾਉਂਦੇ ਨੇ, ਉਹਨਾਂ ਨੂੰ ਟਰੋਲ ਕੀਤਾ ਗਿਆ। ਫਿਰ ਇਹ ਕਿਵੇਂ ਤੁਸੀਂ ਮੰਨਦੇ ਹੋ ਇਹ ਸਾਰੀਆਂ ਚੀਜ਼ਾਂ? ਦੇਖੋ, ਮੈਂ ਸਿੱਧੀ ਗੱਲ ਕਹਿ ਦਿੰਦਾ ਜੀ, ਮੇਰਾ ਮਕਸਦ ਹੈ ਤੁਹਾਨੂੰ ਇਹ ਤੋਂ ਬਾਹਰ ਕੱਢਣਾ ਕਿਸੇ ਵੀ ਗੱਲ ਤੋਂ। ਤੇਰੀ ਮੈਂ ਜ਼ਮੀਨ, ਮੈਂ ਤੈਨੂੰ ਤੰਗ ਕਰਨਾ ਸ਼ੁਰੂ ਕਰਤਾ, ਤੂੰ ਤੰਗ ਆ ਕੇ ਫਾਹਾ ਲੈ ਗਿਆ, ਮਰ ਗਿਆ ਜੀ, ਤੈਨੂੰ ਕੀ ਮਿਲਿਆ? ਮੈਂ ਜ਼ਮੀਨ ਤੇਰੀ ਹੜੱਪਣਾ ਚਾਹੁੰਦਾ ਸੀ, ਤੂੰ ਮਰ ਗਿਆ, ਮੈਂ ਲੈ ਲਿਆ। ਮੈਂ 2 ਸਾਲ ਕੈਦ ਕੱਟਿਆ ਹੂੰ। ਤੈਨੂੰ ਤਾਂ ਮੈਂ ਕੱਢਣਾ ਚਾਹੁੰਦਾ ਸੀ ਨਾ, ਜਾਂ ਤੂੰ ਮੈਦਾਨ ਛੱਡ ਕੇ ਭੱਜ ਗਿਆ। ਮੈਂ ਛਡਾਉਣਾ ਹੀ ਚਾਹੁੰਦਾ ਸੀ। ਦਮ ਤਾਂ ਉਹ ਹੁੰਦਾ ਜਦੋਂ ਇਹੋ ਜਿਹੇ ਬੰਦਿਆਂ ਨਾਲ ਅੜਿੱਕਾ ਲੈ ਕੇ ਵਿੱਚ ਖੜੋ। ਇਹਨਾਂ ਦੀ ਤਾਂ ਪਾਲਿਸੀ ਹੈ ਵੀ ਇਹ ਛੱਡ ਕੇ ਭੱਜ ਜਾਣ। ਤੁਸੀਂ, ਤੁਹਾਨੂੰ ਗੱਲ ਕਰਨੀ ਆਉਂਦੀ ਹੈ, ਦਿਓ ਝੰਡਾ। ਜਿਹੜੇ ਬੰਦੇ ਕਹਿੰਦੇ ਲੀਡਰ ਗੱਲ ਕਰਦੇ ਆ, ਤੁਸੀਂ ਯਾਰ ਸੋਸ਼ਲ ਮੀਡੀਆ ਤੇ ਹੀ ਦੱਸ ਦਿਓ ਤੁਸੀਂ ਗੱਲ ਕੀ ਕਰੋਗੇ। ਕੀ ਇਹ ਲਲਕਾਰਾ ਨਾ ਗੱਲਾਂ ਹੁੰਦੀਆਂ? ਸ਼੍ਰੀਮਾਨ ਜੀ, ਕੁਰਸੀ ਦੇ ਦੂਜੇ ਪਾਸੇ ਬਹਿ ਕੇ ਗੱਲ ਕਰੋ। ਇੱਥੇ ਕਹਿਣੀ ਬੜੀ ਸੌਖੀ ਆ। ਆ ਮੁੰਡਾ ਆਪਣਾ ਕੈਮਰਾਮੈਨ ਹੈ ਨਾ, ਜਦੋਂ ਕੈਮਰਾਮੈਨ ਲੱਗਿਆ ਹੋਊਗਾ ਇਹਨੂੰ ਤਾਂ ਹੀ ਲੱਗਦਾ ਸੀ ਯਾਰ ਇਹ ਕੀ ਹੈ। ਤੇ ਜਦੋਂ ਫਿਲਮ ਬਣਦੀ ਹੈ, ਇੱਕ ਸੀਨ ਕਿੰਨੇ ਮਿੰਟਾਂ 'ਚ ਘੰਟਿਆਂ 'ਚ ਬਣਦਾ, ਦਿਹਾੜੀ ਲੰਘ ਜਾਂਦੀ ਇੱਕ ਸੀਨ ਨੂੰ, ਤੇ ਦੇਖਦੇ ਕਿੰਨੇ 'ਚੋਂ ਆ? 1 ਸਕਿੰਟ 'ਚ। ਇਹ ਫਿਲਮ ਹੀ ਨਹੀਂ ਹੈ। ਗੱਲਾਂ ਕਰਨੀਆਂ ਬਹੁਤ ਸਿਖਾਲੀਆਂ, ਮਾਂ ਐ ਬੋਲ ਨੂੰ, ਤੇ ਸਪਾਈ ਤੋਂ ਤਾਂ ਕੀ ਕਿਤੇ ਗੱਲ ਨਹੀਂ ਹੁੰਦੀ, ਲੱਤਾਂ ਕੰਬਣ ਲੱਗ ਪੈਂਦੀਆਂ। ਤਰਕ ਨਾਲ ਤਾਂ ਤੁਸੀਂ ਉੱਥੇ ਨਹੀਂ ਗੱਲ ਕਰ ਸਕਦੇ। ਤੇ ਜਿਹੜੇ ਵੱਡੇ IAS ਬਣੇ ਨੇ, ਜਿਹੜੇ ਮੰਤਰੀ ਬਣੇ ਨੇ, ਉਹ ਐਵੇਂ ਬਣ ਗਏ? ਉਹਨਾਂ ਦੇ ਪਿੱਛੇ ਵੀ ਦਿਮਾਗ ਹੈ। ਤੂੰ ਮੈਂ ਨਾ ਬਣ ਗਿਆ ਬਈ। ਜਿਨ੍ਹਾਂ ਦੇ ਪਾਲਿਸੀ ਐਡੀ ਘੜੀ ਆ, ਉਹਨਾਂ ਨੂੰ ਠੱਲਣ ਦੇ ਲਈ ਕਾਕਾ ਜੀ ਦਿਮਾਗ ਚਾਹੀਦਾ। ਉਹ ਤਬਦੀਲੀ ਲਿਆਉਣੀ ਆ, ਉਹਨੂੰ ਕਨਵਿੰਸ ਕਰਾਉਣਾ, ਕਾਕਾ ਇੱਥੇ ਗਲਤ ਆ, ਮੰਨ ਵੀ ਰਹੇ ਆ ਗਲਤ ਆ। ਜੋ ਤੁਹਾਨੂੰ ਪਤਾ ਹੀ ਨਹੀਂ ਵਿੱਚ ਹੈ ਕੀ, ਤੁਸੀਂ ਕਹਿੰਦੇ ਹੋ ਗਲਤ ਆ, ਗਲਤ ਆ, ਗਲਤ ਆ। ਕੀ ਗਲਤ ਆ ਦੱਸਤਾ ਸੀ, ਉਹ ਕਹਿੰਦੇ ਆਹ ਗਲਤ ਆ। ਅਗਲੇ ਤਜਰਬੇ ਦੇ ਵਿੱਚੋਂ ਦੱਸਦੇ ਆ ਕਿ ਕਿਵੇਂ ਕਿਸਾਨੀ ਖਤਮ ਹੋਈ, ਕਿਵੇਂ ਆਹ ਚੀਜ਼ ਖਤਮ ਹੋਈ, ਕਿਵੇਂ ਆਹ ਹੋਇਆ। ਤੁਸੀਂ ਉਹ ਦੱਸਦੇ ਹੋ, ਐਗਜ਼ਾਮਪਲਸ ਦਿੰਦੇ ਹੋ ਜੀ। ਤੁਸੀਂ ਪੜ੍ਹਦੇ ਹੋ, ਹਿਸਾਬ ਦਾ ਸਵਾਲ ਕੱਢਦੇ ਹੋ, ਉਹਦੇ 'ਚ ਉਦਾਹਰਨ ਨਹੀਂ ਵਰਤਦੇ। ਫੋਰ ਐਗਜ਼ਾਮਪਲ ਦਿਸ ਜੀ, ਇਹਨਾਂ ਨੂੰ ਵੀ ਫੋਰ ਐਗਜ਼ਾਮਪਲ ਆਉਂਦੀਆਂ ਨੇ ਕਿਉਂਕਿ ਇਹਨਾਂ ਦਾ ਤਜਰਬਾ ਹੈ। ਤੁਸੀਂ ਆ ਜਾਓ ਯਾਰ, ਸਿੱਖੋ। ਮੈਂ ਨਹੀਂ ਕਹਿੰਦਾ ਕਿ ਨੌਜਵਾਨਾਂ ਦੇ ਵਿੱਚ ਤਾਕਤ ਨਹੀਂ ਹੈਗੀ ਹੈ, ਬਣੋ, ਤੁਹਾਡੇ 'ਚ ਬਹੁਤ ਕੁਝ ਹੈ। ਪਰ ਠਰਮਾ ਜਿਹੜਾ ਹੁੰਦਾ ਨਾ, ਉਹ ਉਮਰ ਨਾਲ ਆਉਂਦਾ। ਇੱਥੇ ਗੱਲ ਕਰਨੀ ਹੈ ਅਸੀਂ ਜੰਗੇ ਮੈਦਾਨ ਦੇ ਵਿੱਚ ਜਿਹੜੇ ਕਰਨਲ ਹੁੰਦੇ ਨਾ, ਉਹ ਸਿਆਣੀ ਉਮਰ ਦਾ ਹੁੰਦਾ, ਤੇ ਸਿਪਾਹੀ ਜਿਹੜਾ ਨਹੀਂ ਪ੍ਰਮੋਟ ਹੁੰਦਾ ਉਹਨੂੰ 35-36 ਸਾਲ ਦੇ ਵਿੱਚ ਹੀ ਰਿਟਾਇਰ ਕਰ ਦਿੰਦੇ ਜੀ। 18 ਸਾਲ ਦਾ ਭਰਤੀ ਕਰ ਦਿੰਦੇ। ਤੇ ਦੂਜੇ ਕਿੰਨੇ 'ਚ ਹੁੰਦੇ ਆ? 60 ਸਾਲਾਂ 'ਚ। ਬਸ ਆਹੀ ਫਰਕ ਹੈ ਜੀ। ਮੈਂ ਜਾਂਦਾ ਜਾਂਦਾ ਇੱਕ ਸਵਾਲ ਆਪਣੇ ਵਾਲੇ, ਜਿਹੜਾ ਆਪਣੇ ਵਾਲਾ ਪ੍ਰੋਫੈਸ਼ਨ ਹੈ, ਇਹ 'ਤੇ ਵੀ ਲੈਣਾ ਚਾਹੂੰਗਾ। ਬੜੇ ਸਾਰੇ ਨਵੇਂ ਚੈਨਲ ਬਣਦੇ ਆ ਤੇ ਪੇਜਾਂ ਦੀ ਵੀ ਗੱਲ ਹੁੰਦੀ ਆ। ਤੁਹਾਨੂੰ ਲੱਗਦਾ ਵੀ ਦੋਨੇ ਚੀਜ਼ਾਂ 'ਚ ਕੋਈ ਫਰਕ ਰਹਿ ਗਿਆ ਹੈਗਾ? ਹੋਣਾ ਤਾਂ ਚਾਹੀਦਾ ਹੈਗਾ, ਪਰ ਰਹਿ ਗਿਆ ਕੋਈ ਫਰਕ ਕਿ ਇੱਕੋ ਬਰਾਬਰ ਲੱਗਦੀ? ਇਹਦੇ 'ਚ ਗੱਲ ਕੀ ਆ, ਅਸਲ ਦੇ ਵਿੱਚ ਚੈਨਲ ਨਹੀਂ ਹੈਗੇ। ਮੈਂ ਵੀ ਐਵੇਂ ਫਰੈਂਕਲੀ ਤੁਹਾਨੂੰ ਦੱਸਾਂ ਜੀ, ਮੇਰਾ ਵੀ ਪੇਜ ਹੈ ਰੇਡੀਓ ਪੰਜਾਬ ਟੂਡੇ ਦੇ ਨਾਂ ਤੇ। ਅਸਲ ਦੇ ਵਿੱਚ ਤਾਂ ਮੇਰਾ ਰੇਡੀਓ ਐਪ ਹੈ ਮੇਰੀ ਜੀ, ਠੀਕ ਹੈ। ਹੁਣ ਇਹਦੇ ਵਿੱਚ ਮੇਰੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਇਹਦੇ 'ਚ ਮੈਂ ਕਿਸੇ ਨੂੰ ਪੜ੍ਹਨ ਦੀ ਲੋੜ ਨਹੀਂ, ਜੋ ਮਨ 'ਚ ਆਇਆ ਬੋਲ ਦਿਓ। ਕਿੰਨੇ ਮੁੰਡੇ ਹੈਗੇ ਜੋ ਬੋਲੀ ਜਾਂਦੇ ਆ, ਉਹ ਇੱਕ ਪ੍ਰੋਡਿਊਸਰ RSX ਦਾ ਕੀ ਗੰਦ ਬਕਦਾ, ਧੀਆਂ ਭੈਣਾਂ ਦੀਆਂ ਗਾਲਾਂ ਕੱਢਦਾ। ਮੈਨੂੰ ਐਂ ਦੱਸੋ, ਮੇਰੀ ਇੱਕ ਵੀਡੀਓ ਪਈ ਆ, ਇਹਨਾਂ ਦੀ ਬਣਾਈ ਆ, ਕੀ ਕਹਿੰਦੇ ਆ, ਬਠਿੰਡੇ ਰਿਫਾਈਨਰੀ ਵਾਲਿਆਂ ਦੀ, ਪੋਲੂਸ਼ਨ ਤੋਂ ਜਿਹੜੇ ਬੱਚੇ ਅੰਨੇ ਹੋ ਰਹੇ ਨੇ, ਉਹਦੇ ਵਿਊ ਕਿੰਨੇ ਆ ਜੀ? ਹੁਣ ਜਾ ਕੇ 2 ਸਾਲਾਂ 'ਚ 10,000 ਹੋਇਆ।
ਤੇ ਥੋੜਾ ਜਿਹਾ RX ਪ੍ਰੋਡਿਊਸਰ ਜਾਂ ਜਿਹੜਾ ਮੁੰਡਾ ਭਿੱਖੀ ਕੋਲਦਾ ਤੇ ਉਹ ਪਾਉਂਦਾ ਕੀ ਹੈ, ਕੁਝ ਨਹੀਂ ਕਰਦਾ, ਤੇ ਆਥਣ ਨੂੰ 10 ਲੱਖ ਹੋ ਜਾਂਦਾ। ਇਹ ਐਂਟਰਟੇਨਮੈਂਟ ਹੈ। ਜਰਨਲਿਜ਼ਮ ਹੋਰ ਚੀਜ਼ ਆ। ਜਰਨਲਿਜ਼ਮ ਲਈ ਅਖਬਾਰ ਪੜ੍ਹੋ, ਉਹਨਾਂ ਦੇ ਵਿੱਚ ਲੇਖ ਪੜ੍ਹੋ। ਅੱਜ ਵੀ ਖਬਰ ਛੱਡ ਦਿਓ, ਪਰ ਲੇਖਾਂ ਦੇ ਵਿੱਚ ਬਹੁਤ ਕੁਝ ਹੁੰਦਾ। ਓਪੀਨੀਅਨ ਨਹੀਂ, ਜਿਹੜੇ ਖਬਰ ਹੁੰਦੀ ਹੈ ਸਪੌਟ ਰਿਪੋਰਟਿੰਗ ਹੁੰਦੀ ਹੈ, ਉਹ ਕੀ ਹਾਲਾਤ ਹੋਏ ਉਹ ਲੈ ਕੇ ਜਾਂਦੇ ਆ। ਉਹਦੇ 'ਚ ਕੋਈ ਪੱਤਰਕਾਰ ਆਪਦਾ ਓਪੀਨੀਅਨ ਨਹੀਂ ਦਿੰਦਾ। ਸਵਰਨ ਸਿੰਘ ਦਾਨੇ ਵਾਲੀ ਜਦੋਂ ਖਬਰਾਂ ਪੜ੍ਹਦਾ ਉਦੋਂ ਖਬਰਾਂ ਪੜ੍ਹਦਾ, ਸਪੌਟ ਪੜ੍ਹਦਾ। ਪਰ ਮੈਂ ਤੁਹਾਡੇ ਨਾਲ ਹੁਣ ਗੱਲ ਕਰ ਰਿਹਾ, ਹੁਣ ਮੈਂ ਆਪਦੇ ਵਿਚਾਰ ਦੇ ਰਿਹਾ। ਸੋ ਸਾਡੇ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਗਈ ਕਿ ਹੁਣ ਜਿਹੜੇ ਬੱਚੇ ਨੇ ਉਹ ਆਪਦੇ ਵਿਚਾਰ ਦਿੰਦੇ ਨੇ। ਉਹ ਵਿਚਾਰ ਉਹਦੇ ਕਿੰਨੇ ਕੁ ਸਹੀ ਹੈ, ਕਿੰਨੇ ਕੁ ਗਲਤ ਹੈ, ਉਹ ਫਿਰ 10 ਮੁੰਡੇ ਉਹਨੇ 15 ਦੋਸਤ ਮਿੱਤਰ ਹੁੰਦੇ ਆ, ਫਿਰ ਉਹ ਲਿਖ ਦਿੰਦੇ ਬਾਈ ਅੱਤ, ਬਾਈ ਬੱਲੇ ਬੱਲੇ, ਬਾਈ ਚੱਕ ਤੇ ਚੌਂਟੇ। ਬੋਲਣਾ ਨੂੰ ਹਜੇ ਕੁਛ ਆਉਂਦਾ ਨਹੀਂ ਹੁੰਦਾ, ਤੇ ਐਂ ਨਹੀਂ ਪਤਾ ਹੁੰਦਾ ਮੈਂ ਸਾਹਮਣੇ ਵਾਲੇ ਦੀ ਇੰਟਰਵਿਊ ਕਿਹੜਾ ਕੌਣ ਆ ਬੰਦਾ, ਇਹਦਾ ਇਤਿਹਾਸ ਕੀ ਆ। ਫਿਰ ਸਾਡੇ ਕੋਲ ਤੈਨੂੰ ਪਤਾ ਪੰਜਾਬੀਆਂ ਦੇ ਵਿੱਚ ਤਾਂ ਖਾਸੀਅਤ ਹੈ, ਚਿੱਕੜ ਦੀ ਬਾਲਟੀ ਅਸੀਂ ਘਰੋਂ ਭਰ ਕੇ ਤੁਰ ਪੈਂਦੇ ਹਾਂ। ਜੇ ਸਾਡੇ ਆਖੇ ਨਹੀਂ ਲੱਗਦਾ ਉਹਦੇ ਉੱਤੇ ਪਾ ਦਿੰਦੇ। ਅਸੀਂ ਗੱਲਾਂ ਮਨਵਾਉਣ ਦੀ ਕੋਸ਼ਿਸ਼ ਕਰਦੇ ਵੀ ਮੇਰੇ ਮੁਤਾਬਕ ਚੱਲ। ਕੋਈ ਤੁਸੀਂ ਘਰ ਨਹੀਂ ਚੱਲਦਾ ਮੇਰੇ ਮੁਤਾਬਕ, ਚਲਾ ਲਓਗੇ ਤੁਸੀਂ ਆਪਦੇ ਬੱਚਿਆਂ ਨੂੰ, ਚਲਾ ਲਓਗੇ ਘਰ ਵਾਲੀ ਜਿਹੜੀ ਅਧਾਂਗਣੀ ਉਹ ਚੱਲ ਪਊ ਤੁਹਾਡੇ ਮੁਤਾਬਕ? ਨਹੀਂ, ਉੱਥੇ ਵੀ ਅਸੀਂ ਐਡਜਸਟਮੈਂਟ ਕਰਦੇ ਹਰ ਚੀਜ਼। ਕੁਰਸੀ 'ਤੇ ਹੀ ਬੈਠੇ ਹਾਂ, 2 ਵਾਰੀ ਐਂ ਹਿਲਾ ਕੇ ਬੈਠੇ ਹਾਂ, ਐਡਜਸਟ ਹੋ ਜਾਈਏ। ਸੋ ਇਹ ਚੀਜ਼ਾਂ ਮੇਰੀਆਂ। ਸੋ ਬੱਚੇ ਨੇ ਪੇਜਾਂ ਵਾਲੇ ਕੁਛ ਵੀ ਨਹੀਂ ਲੱਗਦਾ ਇਹਦੇ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕਾ। ਜਦੋਂ ਅਸੀਂ ਚੈਨਲਾਂ 'ਚ ਨੌਕਰੀ ਲੈਂਦੇ ਸੀ ਨਾ, 4-4 ਇੰਟਰਵਿਊਜ਼ ਹੁੰਦੀਆਂ ਸੀ। ਫਿਰ ਸਾਨੂੰ ਪਹਿਲਾਂ ਸਪੌਟ ਕਰਨ ਲਾਉਂਦੇ, 5-5 ਸਾਲ 3-3 ਸਾਲ ਸਪੌਟ ਹੀ ਕਰਾਈ ਜਾਂਦੇ। ਸਾਨੂੰ ਆਲੇ ਦੁਆਲੇ ਦਾ ਪਤਾ ਲੱਗਦਾ, ਲੋਕਾਂ ਬਾਰੇ ਪਤਾ ਲੱਗਦਾ, ਲੀਡਰਾਂ ਬਾਰੇ ਪਤਾ ਲੱਗਦਾ। ਫਿਰ ਉਹ ਤੋਂ ਖਬਰ ਕਰਕੇ ਆਉਂਦੇ, ਫਿਰ ਉੱਥੇ ਮੀਟਿੰਗ ਬਹਿੰਦੀ ਵੀ ਆਹ ਦੇਖੋ ये बोला है, ये बोला, इसका बोलने का मतलब ये है। ਫਿਰ ਉਹਦੀ ਅਸੀਂ ਬੈਲੈਂਸ ਕਰਨਾ ਜਾ ਕੇ ਦੂਜੇ ਬੰਦੇ ਤੋਂ ਬਾਈਟ ਲੈਣੀ। ਤੇ ਹੁਣ ਅਸੀਂ ਕਿਹਦੀ ਬਾਈਟ ਲੈਂਦੇ ਜੀ? ਬੈਲੈਂਸ ਕਰਦੇ ਹੀ ਨਹੀਂ। ਅਸੀਂ ਤਾਂ ਆਪ ਹੀ ਉਹਨੂੰ ਸਰਟੀਫਿਕੇਟ ਦੇ ਦਿੰਦੇ ਹਾਂ, ਆਪ ਹੀ ਉਹਦੀ ਗੱਲ ਦਾ ਮਤਲਬ ਕੱਢ ਲੈਂਦੇ ਹਾਂ, ਆਪ ਹੀ ਅਸੀਂ ਕੀ ਕਹਿੰਦੇ ਆ ਉਹਨੂੰ, ਸ਼ੇਰ ਬਣ ਜਾਂਦੇ ਹਾਂ। ਤੁਸੀਂ ਇਹਦਾ ਭਵਿੱਖ ਕਿੱਦਾਂ ਦਾ ਦੇਖਦੇ ਹੋ, ਖਾਸ ਕਰਕੇ ਪੱਤਰਕਾਰਾਂ ਦਾ? ਇਹ ਕੋਈ ਗੱਲ ਨਹੀਂ, ਇਹ ਤਾਂ ਹਨੇਰੀ ਹੈ। ਹਨੇਰੀ ਦੇ ਵਿੱਚ ਤਾਂ ਹਜੇ ਲੈਟ ਦਾ ਡਸਟ ਸੈਟਲ। ਕਿੰਨੇ ਪੱਤਰਕਾਰ ਇਹਦੇ ਵਿੱਚ ਵੀ ਐਕਸਪੋਜ਼ ਹੋਏ ਨੇ। ਇਹ ਵੀ ਆ ਰਿਹਾ, ਇੰਟੈਲੀਜੈਂਸੀ ਦੀ ਰਿਪੋਰਟ ਆ ਵੀ ਬੜੇ ਚੈਨਲ ਵੀ ਐਕਸਪੋਜ਼ ਹੋਣੇ ਆ, ਬੜਾ ਕੁਝ ਹੋਰ ਵੀ ਚੱਲ ਰਿਹਾ। ਬੇਟਾ ਚੈਨਲ ਕਿਹੜੇ ਨੇ? ਪਹਿਲਾਂ ਡੋਂਟ ਯੂਜ਼ ਦਾ ਵਰਡ ਚੈਨਲਸ। ਥੀਸ ਆਰ ਨਾਟ ਚੈਨਲਸ। ਤੁਸੀਂ ਮੇਰੇ ਨਾਲ ਚੱਲਿਓ, ਚੈਨਲ ਮੈਂ ਦਿਖਾਊਂਗਾ ਕਿਵੇਂ ਹੁੰਦੇ ਨੇ। ਨਿਊਜ਼ ਰੂਮ ਹੁੰਦਾ, ਸਟੂਡੀਓ ਹੁੰਦਾ, ਇੱਕ ਪੇਜ ਦੇ ਉੱਤੇ TV ਲਿਖ ਦੇਣਾ ਚੈਨਲ ਨਹੀਂ ਹੁੰਦਾ। ਹਾਂ, ਇੰਨੀ ਗੱਲ ਜ਼ਰੂਰ ਹੈ ਕਿ ਇੱਕ ਬੰਦੇ ਕੋਲੇ ਆਲ ਆਫ ਸਡਨ ਉਹ ਕਿੱਥੋਂ ਪੈਸਾ ਆ ਕੇ ਇਕਵਿਪਮੈਂਟ ਲਿਆ ਜੀ, ਕਿਹਨੇ ਉਹਨੂੰ ਫੰਡਿੰਗ ਕੀਤੀ, ਕਿਸ ਮਕਸਦ ਨਾਲ ਆਇਆ। ਕਿਉਂਕਿ ਹੁਣ ਤਾਂ ਦੇਖੋ, ਇੱਕ ਬੰਦੇ ਨੇ ਮੈਨੂੰ ਬੜੀ ਵਧੀਆ, ਮੈਂ ਬੱਚੇ ਨੇ, ਮੈਂ ਗੱਲ ਕਰਦਾ ਨਹੀਂ ਪਤਾ ਹੁੰਦਾ, ਬੁੱਲਾ ਕੀ ਜਾਣਾ ਮੈਂ ਕੌਣ, ਮੈਂ ਪਾਕਿਸਤਾਨ ਗਿਆ ਸੀ, ਉਹ ਬਜ਼ੁਰਗ ਮਿਲ ਕੇ ਫਕੀਰ, ਤੇ ਉਹਨਾਂ ਨੇ ਉਹ ਮੈਂ ਰਿਕਾਰਡ ਕਰ ਲਿਆ। ਤੇ ਇੱਕ ਚੈਨਲ ਨੇ ਉਹ ਮੇਰਾ ਯੂਜ਼ ਕਰ ਲਿਆ। ਮੈਂ ਹੇਠਾਂ ਲਿਖਤਾ ਵੀ ਮੈਂ ਤਾਂ 2004 ਦੇ ਵਿੱਚ ਇੱਕ ਰਿਕਾਰਡ ਕੀਤਾ ਹੈ। ਹੇਠਾਂ ਕਮੈਂਟ ਆ ਗਿਆ, ਉਦੋਂ ਕਿਹੜਾ ਕੈਮਰਿਆਂ ਦੇ ਵਿੱਚ, ਆਪਣੇ ਮੋਬਾਈਲਾਂ 'ਚ ਕੈਮਰੇ ਹੁੰਦੇ ਸੀ, ਤੂੰ ਕਿਹੜੇ ਨਾਲ ਸ਼ੂਟ ਕਰ ਲਿਆ? ਕਹਿੰਦੇ ਮੈਂ ਕਾਕਾ ਉਦੋਂ ਸਾਡੇ ਕੋਲ ਰੀਲਾਂ ਵਾਲੇ ਕੈਮਰੇ ਹੁੰਦੇ ਸੀ। ਉਹਨੂੰ ਫਿਰ ਮੈਂ ਸਮਝਾਇਆ, ਫਿਰ ਉਹਨੇ ਮੈਨੂੰ ਫੋਨ ਕੀਤਾ। ਫਿਰ ਮੈਂ ਕਾਕਾ ਤੇਰੀ ਉਮਰ ਕਿੰਨੀ ਹੈ? ਕਹਿੰਦਾ ਜੀ 20 ਸਾਲਾਂ ਦੀ। ਮੈਂ ਪੁੱਤ 2004 ਦਾ ਬਣਿਆ ਹੋਇਆ, ਉਦੋਂ ਤਾਂ ਮੈਂ ਕਿਹਾ ਤੇਰਾ ਪਤਾ ਹੀ ਨਹੀਂ ਹੋਣਾ ਕੀ ਸੀ। ਸੋ ਅਸੀਂ ਛਿੱਤਰ ਖਾਦੇ ਨੇ, ਸਾਡੇ ਬੌਸਿਸ ਤੋਂ ਗਾਲਾਂ ਖਾਧੀਆਂ। ਹੁਣ ਤਾਂ ਕੋਈ ਗੱਲ ਹੀ ਨਹੀਂ ਕਹਾਉਂਦਾ। ਨਾਲੇ ਤੁਸੀਂ ਖੁਦ ਬੌਸ ਹੋ, ਤੁਸੀਂ ਟ੍ਰੇਨਿੰਗ ਕਿਤੋਂ ਲਈ ਹੈ? ਜੋ ਤੁਹਾਡੇ ਮਨ ਨੂੰ ਗੱਲ ਚੰਗੀ ਲੱਗੀ ਤੁਸੀਂ ਕਰੀ ਜਾਂਦੇ, ਤੁਹਾਡੇ ਉੱਤੇ ਕੋਈ ਚੈੱਕ ਨਹੀਂ। ਤੁਸੀਂ ਗਲਤ ਲਾਤੀ ਗਲਤ ਹੈ, ਸਹੀ ਲਾਤੀ ਸਹੀ ਹੈ। ਉਵੇਂ ਹੇਠਾਂ ਮੇਰੇ ਅੱਧੇ ਮੇਰੇ ਵਰਗੇ ਬਾਈ ਨੇ ਚੱਕ ਤੇ ਚੌਂਟੇ, ਚੱਕ ਤੇ ਫਲਾਨਾ, ਉੱਤੇ ਕੀ ਲਿਖਿਆ ਹੁੰਦਾ, ਪੱਤਰਕਾਰ ਵੜ ਗਿਆ ਫਲਾਨੇ ਦੇ ਘਰ 'ਚ, ਕੱਢ ਲਿਆ ਸੱਚ, ਪੱਤਰਕਾਰ ਨੇ ਠਾਤੀ ਹਨੇਰੀ। ਪੱਤਰਕਾਰ ਕਿਤੇ ਹਨੇਰੀਆਂ ਨਹੀਂ ਠਾਉਂਦੇ ਹੁੰਦੇ। ਪੱਤਰਕਾਰ ਆਪਦੀ ਪੱਤਰਕਾਰਤਾ ਕਰਦੇ ਹੁੰਦੇ ਆ, ਲੋਕਾਂ ਤੇ ਗੱਲ ਛੱਡਦੇ ਆ। ਜਦੋਂ ਪੱਤਰਕਾਰ ਹੀਰੋ ਬਣਨ ਲੱਗ ਜੇ, ਜਦੋਂ ਪੱਤਰਕਾਰ ਸੈਲੀਬ੍ਰਿਟੀ ਬਣਨ ਲੱਗ ਜੇ, ਫਿਰ ਉਹ ਪੱਤਰਕਾਰ ਨਹੀਂ ਜੀ। ਹੁਣ ਕੀ ਕਾਰਨ ਹੋ ਗਿਆ? ਹੁਣ ਤੁਸੀਂ ਸੈਲੀਬ੍ਰਿਟੀ ਬਣਨ ਲੱਗ ਗਏ, ਮੇਰੇ ਫਾਲੋਅਰ ਕਿੰਨੇ ਨੇ, ਫਿਰ ਤੁਸੀਂ ਪੱਤਰਕਾਰ। ਪਰ ਜਿਹੜੇ ਲੋਕ ਜੀ ਇਹ ਤਰਕ ਦਿੰਦੇ ਆ ਵੀ ਜ਼ਮਾਨੇ ਦੇ ਨਾਲ ਬਦਲਣਾ ਚਾਹੀਦਾਗਾ, ਇਹ ਸੋਸ਼ਲ ਮੀਡੀਆ ਦਾ ਨਹੀਂ, ਮੈਂ ਕਦੋਂ ਆਖਿਆ ਵੀ ਨਾ ਬਦਲੋ? ਮੈਂ ਕਦੋਂ ਕਹਿੰਦਾ ਵੀ ਨਾ ਬਦਲੋ ਜੀ? ਕਾਕਾ ਰੋਟੀ ਤਾਂ ਤਵੇ ਤੇ ਹੀ ਬਣਨੀ ਹੈ। ਬਿਲਕੁਲ।
ਜਾਂ ਪੱਤਰੇ ਤੇ ਰੱਖ ਲੇਗਾ ਗਰੀਬ ਹੋਏਗਾ ਤਾਂ। ਜੀ ਬੰਦਾ ਤਾਂ ਬੰਦਾ ਹੀ ਰਹੂ, ਬੁੜੀ ਬੁੜੀ ਰਹੂ, ਪਰ ਲੀੜੇ ਕੱਪੜੇ ਬਦਲ ਲਾਂਗੇ ਨਾ ਜੀ। ਅੰਦਰਲਾ ਸ਼ੈੱਲ ਦਾ ਪੱਤਰਕਾਰਤਾ ਤਾਂ ਉਹੀ ਰਹਿਣਾ ਹੈ, ਪ੍ਰਿੰਸੀਪਲਸ ਤਾਂ ਉਹੀ ਰਹਿਣੇ ਨੇ। ਜਾਂ ਫਿਰ ਗਵਈਏ ਬਣ ਜਾਓ, ਜਾਂ ਫਿਰ ਮਰਾਸੀਆਂ ਵਾਂਗੂ ਬੇਲ ਕਰਾ ਲਓ, ਬੱਲੇ ਬੱਲੇ ਕਰਾ ਕੇ ਪੈਸੇ ਲੈ ਲਓ। ਦੋ ਹੀ ਗੱਲਾਂ ਨੇ ਨਾ, ਮਰਾਸੀ ਬੇਲ ਕਰ ਦਿੰਦਾ, ਪੈਸੇ ਲੈ ਲੈਂਦਾ। ਜਿਹੜੇ ਪੱਤਰਕਾਰ ਉਹ ਆਪਣੀ ਉਹ ਗੱਲ ਕਰਦੇ ਆ ਗਰਾਊਂਡ ਲੈਵਲ, ਉਹ ਕਿਸੇ ਦੀ ਗੱਲ ਨਹੀਂ ਕਰਦੇ ਵੀ ਲੋਕ ਕੀ ਸੁਣਨਾ ਚਾਹੁੰਦੇ ਆ। ਹੁਣ ਮੁਸ਼ਕਿਲ ਕੀ ਆ ਗਈ, ਉਹ ਕਹਿੰਦੇ ਕਿ ਲੋਕ ਕੀ ਸੁਣਨਾ ਚਾਹੁੰਦੇ ਆ ਉਹ ਸੁਣਾਉਂਦੇ ਆ। ਬਲਵੀਰ ਸਿੰਘ ਰਾਜੋਵਾਲ ਨੂੰ ਕਿਹੜਾ ਬੰਦਾ ਗਾਲਾਂ ਕੱਢ ਕੇ ਬੜੇ ਖੁਸ਼ ਨੇ ਵੀ ਜੇ ਮੈਂ ਬਲਵੀਰ ਸਿੰਘ ਰਾਜੋਵਾਲ ਤੇ ਹੋਰ ਲਿਖਤੀ ਵੀ ਹੁਣ ਦੇਖੋ ਬਲਵੀਰ ਸਿੰਘ ਰਾਜੇਵਾਲ ਦੀ ਇੱਕ ਅੱਜ ਗੱਲ ਚੱਲ ਪਈ ਜਿਹਨੂੰ ਸਿਕਿਉਰਿਟੀ ਮਿਲ ਗਈ। ਸ਼੍ਰੀਮਾਨ ਜੀ ਬਲਵੀਰ ਸਿੰਘ ਰਾਜੇਵਾਲ ਆ ਜਿਹੜੇ ਕੀ ਕਹਿੰਦੇ ਹਿੰਦੂ ਵਿਸ਼ਵ ਪਰਿਸ਼ਦ ਦੇ ਸੜੇ ਜੇ ਬੰਦਿਆਂ ਨਾਲੋਂ ਮਾੜਾ ਹੋ ਗਿਆ, ਜਿਹੜੇ ਕੀ ਕਹਿੰਦੇ ਚਾਰ ਸਿੱਖਾਂ ਦੇ ਉਲਟ ਬੋਲਦੇ ਕਿਤੇ ਸਿਕਿਉਰਿਟੀ ਲੈ ਲੈਂਦੇ। ਉਹ ਕਿਸਾਨਾਂ ਦਾ ਲੀਡਰ ਹੈ, ਉਹਨੂੰ ਪ੍ਰੋਟੈਕਟ ਕਰਨਾ ਸਟੇਟ ਦਾ ਫਰਜ਼ ਹੈ। ਉਹ ਇੱਕ ਦਿਮਾਗ ਹੈ, ਆਈ ਥੋੜਾ ਮਰਵਾ ਦੇਣਗੇ। ਕਿੱਥੇ ਜਵਾਬ ਦੇਊਗੀ ਸਰਕਾਰ? ਤੁਹਾਡੇ ਵਰਗਾ ਮੇਰੇ ਵਰਗਾ ਉੱਠ ਕੇ ਜਿਹਨੂੰ ਪਤਾ ਨਹੀਂ ਚੱਕ ਕੇ ਰਾਜੋਵਾਲ ਦੀ ਪੱਗ ਨੂੰ ਪੈ ਜੇ ਕਿਉਂ ਵੀ? ਪਹਿਲਾਂ ਰਾਜੋਵਾਲ ਬਣ ਕੇ ਤਾਂ ਦਿਖਾਓ। ਹੁਣ ਅੱਧਿਆਂ ਨੂੰ ਤਾਂ ਇਹ ਨਹੀਂ ਪਤਾ ਅਗਰ ਰਾਜੋਵਾਲ ਜੀ ਕਾਲਜ ਦਾ ਮਾਲਕ ਕਿਵੇਂ ਬਣ ਗਿਆ। ਪਹਿਲਾਂ ਤਾਂ ਇਹ ਤਾਂ ਦੱਸ ਦਿਓ, ਪ੍ਰਧਾਨ ਆ ਭਰਾਵੋ, ਮਾਲਕ ਨਹੀਂ। ਬੁੰਦਰੀ ਸਾਹਿਬ ਕਾਲਜ ਦਾ ਉਹ ਤਾਂ 2 ਸਾਲ ਬਣਿਆ, ਫੇਰ ਤੀਜੇ ਨੇ ਲਾ ਕੇ ਹੋਰ ਬਣ ਜੂ। ਆਹ ਤਾਂ ਲੋਕਾਂ ਦੇ ਹਾਲਾਤ ਹੈ। ਕੀ ਅਸੀਂ ਪਹਿਲੀ ਗੱਲ ਤਾਂ ਆਈ ਨਹੀਂ ਵੇਖਦੇ ਕਿ ਇਹ ਬੰਦੇ ਦੀ ਸੱਚਾਈ ਕੀ ਹੈ। ਜੇ ਤੁਸੀਂ ਕਹਿੰਦਾ ਵੀ ਫਲਾਨਾ ਬੰਦਾ ਤਾਂ ਅਰਬਪਤੀ, ਉਹਨੇ ਤੁਹਾਡੇ ਲਈ ਆਹ ਕਰਤਾ, ਉਹੀ ਹੋ ਜਾਂਦੇ ਅਰਬਪਤੀ। ਤੁਸੀਂ ਜਾ ਕੇ ਉਹਦੀ ਜਾਇਦਾਦ ਦੇਖੀ ਹੈ ਜੀ? ਉਹਦਾ ਪੁਰਾਣਾ ਪਿਛੋਕੜ ਕੀ ਹੈ? ਕੀ ਉਹਨੇ ਕੀ ਕਹਿੰਦੇ ਪੰਜਾਬ ਦੇ ਲਈ ਕੀਤਾ, ਕੀ ਭਾਰਤ ਲਈ ਕੀਤਾ? ਇਦੋਂ ਪਹਿਲਾਂ ਉਹ ਕੀ ਕਰਦਾ ਸੀ? ਆਹੀ ਸੋਸ਼ਲ ਮੀਡੀਆ ਦਾ ਇੱਕ ਦੂਜਾ ਪੱਖ ਵੀ ਹੈ, ਸ਼ੀਸ਼ੇ ਦਾ ਲਾਲ ਪਿਛਲੇ ਵਾਲਾ ਪਾਸਾ ਜੀ। ਸ਼ੀਸ਼ੇ ਦੇ 2 ਪਹਿਲੂ ਹੁੰਦੇ ਨੇ ਜੀ। ਸੋਸ਼ਲ ਮੀਡੀਆ ਦੇ ਹੀ ਪਹਿਲੂ ਨੇ। ਬਹੁਤ ਕੁਝ ਆਉਂਦਾ, ਬੜਾ ਕੁਝ ਪਰੋਸਿਆ ਜਾਂਦਾ ਹੈ। ਹੁਣ ਤੁਸੀਂ ਵਿਆਹਾਂ 'ਚ ਜਾਂਦੇ ਹੋ, ਜਦੋਂ ਅਸੀਂ ਛੋਟੇ ਛੋਟੇ ਹੁੰਦੇ 2-3 ਚੀਜ਼ਾਂ ਹੁੰਦੀਆਂ ਵਿਆਹਾਂ 'ਚ, ਤੇ ਹੁਣ ਤਾਂ ਭਰਾਵਾ ਗੇੜਾ ਹੀ ਨਹੀਂ ਆਉਂਦਾ ਤੇ ਅੱਧ 'ਚੋਂ ਹੀ ਮੁੜੇ ਆਉਣੇ ਖਾ ਕੇ ਜੀ। ਸੋ ਪਰੋਸ ਬਹੁਤ ਕੁਝ ਰਿਹਾ, ਸਮਝਣ ਵਾਲੇ ਸਮਝ ਵੀ ਰਹੇ ਆ, ਜਿਹੜੇ ਬੰਦਿਆਂ ਨੇ ਖਲਾਰਾ ਪਾਉਣਾ ਉਹ ਪੈਦਾ ਵੀ ਹੋ ਰਹੇ ਨੇ। ਫਿਰ ਜਾਲੀ ਪ੍ਰੋਫਾਈਲਾਂ ਤਾਂ ਕਿਤੇ ਗਈਆਂ ਹੀ ਨਹੀਂ ਜੀ। ਕਾਲ ਸੈਂਟਰ ਬਣੇ ਹੋਏ ਨੇ ਸ਼੍ਰੀਮਾਨ ਜੀ, ਇੱਕ ਕੰਪਿਊਟਰ ਤੇ 20 ਆਈਡੀਆਂ ਖੁੱਲੀਆਂ ਨੇ। ਆਮ ਆਦਮੀ ਪਾਰਟੀ ਇਸ ਚੀਜ਼ ਦੀ, ਜਿਹਨੂੰ ਆਪਾਂ ਕਹਿੰਦੇ ਆ ਕਿ ਲੋਕਾਂ ਦੇ ਵਿੱਚ ਆਉਣ ਵਾਲੀ ਹੈ, ਪਰ ਉਸ ਤੋਂ ਪਹਿਲਾਂ ਤਾਂ ਕਰਪਸ਼ਨ ਅਗੇਂਸਟ ਮੂਵਮੈਂਟ ਆ ਗਈ ਸੀ, ਇੰਡੀਆ ਆ ਗਈ ਸੀ। ਉਸ ਤੋਂ ਪਹਿਲਾਂ ਸੋ ਕਾਲਡ ਜਿਹੜੇ ਆਪਾਂ ਕਹਿੰਦੇ ਆ ਕਿ ਜਿਨ੍ਹਾਂ ਨੂੰ ਕਮਰਸ਼ੀਅਲ ਕੈਂਪੇਨਸ ਜਿਹੜੀਆਂ ਚਲਾਈਆਂ ਜਾਂਦੀਆਂ ਸੀ। ਕਿਉਂਕਿ ਜਦੋਂ ਮੈਨੂੰ ਕਈ ਬੱਚੇ ਤੋਂ ਪੁੱਛਦੇ ਸੀਗੇ, ਮੈਂ ਸੈਮੀਨਾਰ ਕਰਾਇਆ ਸੀ ਸੋਸ਼ਲ ਮੀਡੀਆ ਦੇ ਉੱਤੇ, ਮੈਂ ਬਹੁਤ ਦੇਰ ਪਹਿਲਾਂ ਮੈਂ ਪੜ੍ਹਾਇਆ, ਜਰਨਲਿਜ਼ਮ ਪੜ੍ਹਾਈ ਹੈ ਮੈਂ ਜੀ। ਉਹਦੇ ਵਿੱਚ ਵੀ ਮੈਂ ਦੱਸਿਆ ਸੀਗਾ ਕਿ ਕਮਰਸ਼ੀਅਲ ਕੈਂਪੇਨਸ ਕਿਵੇਂ ਚੱਲਦੀਆਂ ਨੇ ਸੋਸ਼ਲ। ਐਵਰੀਥਿੰਗ ਇਜ਼ ਨਾਟ ਫ੍ਰੀ, ਲੰਚ ਇਜ਼ ਨੈਵਰ ਫ੍ਰੀ। ਤੁਹਾਨੂੰ ਕੋਈ ਰੋਟੀ ਮੁਫਤ 'ਚ ਨਹੀਂ ਖਵਾਉਂਦਾ, ਤੁਹਾਨੂੰ ਫੇਸਬੁੱਕ ਟਵਿੱਟਰ ਕੋਈ ਮੁਫਤ ਨਹੀਂ ਦਿੰਦਾ। ਪਹਿਲੀ ਗੱਲ ਤਾਂ ਤੁਹਾਡਾ ਸਾਰਾ ਕੁਝ ਉਹ ਕੱਢਦੇ ਨੇ। ਤੁਸੀਂ ਉੱਥੇ ਲਿਖ ਦਿਓ ਮੇਰੀ ਇੰਨੀ ਜਾਇਦਾਦ ਆ, ਇੰਨਾ ਮੇਰਾ ਇਨਕਮ ਗਰੁੱਪ ਆ, ਮੇਰੇ ਇੰਟਰਸਟ ਆ, ਮੇਰਾ ਆਹ, ਮੇਰਾ ਫਲਾਨਾ, ਮੇਰਾ ਧਿਉਂਕਾ, ਤੁਹਾਨੂੰ ਉਹਦੇ ਮੁਤਾਬਕ ਐਡ ਆਉਂਦੀ ਆ। ਪਹਿਲਾਂ ਕੀ ਕਰਦੇ ਸੀ? ਤੁਹਾਡਾ ਡਾਟਾ ਵੇਚਦੇ ਸੀ। ਜੇ ਮੈਂ ਇੱਥੇ ਸਮਝ ਲਓ ਮੇਰਾ ਸ਼ੌਂਕ, ਮੈਂ ਇੱਥੇ ਰੈਸਟੋਰੈਂਟ ਖੋਲ੍ਹਣਾ, ਉਹ ਮੈਂ ਇਹ ਸੋਸ਼ਲ ਮੀਡੀਆ ਦੇਵਾਂਗਾ ਜੀ, ਬਠਿੰਡੇ ਦੇ ਮਾਡਲ ਟਾਊਨ ਏਰੀਆ ਦੇ ਵਿੱਚ ਦੱਸੋ ਕਿਹੜੇ ਨਾਨ ਵੈਜ ਖਾਣ ਦੇ ਕਿੰਨੇ ਸ਼ੌਕੀਨ ਹੈ, ਵੈਜ ਖਾਣ ਦੇ ਕਿੰਨੇ ਸ਼ੌਕੀਨ ਹੈ, ਇੰਡੀਅਨ ਦੇ ਕਿੰਨੇ ਸ਼ੌਕੀਨ ਹੈ, ਚਾਈਨੀਜ਼ ਦੇ ਕਿੰਨੇ ਸ਼ੌਕੀਨ ਹੈ, ਉਹ ਦੱਸ ਦੂਗਾ। ਫਿਰ ਮੈਂ ਵੇਖੂੰਗਾ ਵੀ ਇੱਥੋਂ ਮੈਨੂੰ ਇੰਨੀ ਮਾਰਕੀਟ ਜਨਰੇਟ ਹੋ ਸਕਦੀ ਹੈ, ਕਿਉਂਕਿ ਤੁਸੀਂ ਸ਼ੌਂਕ ਦੱਸ ਚੁੱਕੇ ਹੋ। ਉਹ ਮੈਂ ਉਹਨਾਂ ਨੂੰ ਪੈਸਾ ਦੇਵਾਂਗਾ ਸਾਈਟਸ ਨੂੰ ਜੀ। ਸੋ ਹੁਣ ਕੀ ਹੋ ਗਿਆ? ਹੁਣ ਉਹਦਾ ਐਡਵਾਂਸ ਫਾਰਮੈਟ ਆ ਗਿਆ। ਹੁਣ ਉਹ ਤੁਹਾਡੇ ਬ੍ਰੇਨ ਨੂੰ ਬ੍ਰੇਨ 'ਚ ਕਰਕੇ ਜੀ, ਹੁਣ ਉਹ ਤੁਹਾਨੂੰ ਡਰਾਈਵ ਕਰਦੇ। ਬਸ ਹੁਣ ਤੁਸੀਂ ਡਰਾਈਵ ਹੋ ਰਹੇ ਜੀ। ਹੁਣ ਡਰਾਈਵ ਹੋ ਕੇ ਬਚਣਾ ਕਿੰਨਾ ਹੈ, ਕੀ ਕਰਨਾ ਹੈ? ਮੈਂ ਕਿਤੇ ਅੱਜ ਤੱਕ ਬਲੀਵ ਨਹੀਂ ਕੀਤਾ ਸੋਸ਼ਲ ਮੀਡੀਆ ਟ੍ਰੈਂਡਿੰਗ ਤੇ। ਮੈਂ ਅੱਜ ਤੱਕ ਕਿਤੇ ਕੀ ਕਹਿੰਦੇ ਜਿਹੜੀਆਂ ਸਿਆਸੀ ਰੈਲੀਆਂ ਨੇ, ਪਰ ਉਹਨਾਂ ਨੂੰ ਬਲੀਵ ਕੀਤਾ ਵੀ ਇਕੱਠ ਕਿੰਨਾ ਆ ਗਿਆ। ਹਾਂ, ਜਗਰਾਉਂ ਦੀ ਇਕੱਠ ਨੂੰ, ਸਿੰਘੂ ਦੇ ਇਕੱਠ ਨੂੰ, ਟਿੱਕਰੀ ਦੇ ਇਕੱਠ ਨੂੰ, ਜਾਂ ਇਹੋ ਜਿਹੇ ਜਿਹੜੇ ਇਕੱਠ ਚੱਲੇ ਨੇ ਗਾਜ਼ੀਪੁਰ ਦਾ ਹੋ ਗਿਆ, ਤਾਂ ਹੁਣ ਦੀ ਗੱਲ ਕਰਦਾ। ਪਰ ਇਹ ਤੋਂ ਪਹਿਲਾਂ ਵਾਲੇ ਇਕੱਠਾਂ ਨੂੰ ਵੀ ਮੈਂ ਮੰਨਦਾ ਸੀ ਕਿ ਜਿੱਥੇ ਲੋਕ ਆਪਣੋਂ ਆਪ ਜਾਂਦੇ ਸੀ। ਪਰ ਗੱਲਬਾਤ ਸਮਾਪਤੀ ਤੋਂ ਕਰਨ ਤੋਂ ਪਹਿਲਾਂ ਮੈਂ ਹੋਰ ਤੁਹਾਨੂੰ ਗੱਲ ਕਹਿਣਾ ਚਾਹੁੰਦਾ, ਇਸ ਕਿਸਾਨੀ ਸੰਘਰਸ਼ ਦੇ ਵਿੱਚ ਜੀ ਹੋਰ ਵੀ ਬੜੀਆਂ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਜੀ। ਕਈ ਬੰਦੇ ਆਪਣੇ ਸਕੋਰ ਸੈੱਟ ਕਰ ਰਹੇ ਨੇ, ਜਿਵੇਂ ਖਾੜਕੂਵਾਦ ਵੇਲੇ ਕੀ ਹੋਇਆ ਸੀ ਨਾ, ਉਦੋਂ ਲੋਕਾਂ ਨੇ ਬੜੀਆਂ ਦੁਸ਼ਮਣੀਆਂ ਕੱਢੀਆਂ, ਬਹੁਤ ਕੁਛ ਕੀਤਾ ਜੀ।
ਇੱਥੇ ਵੀ ਕੀ ਚੀਜ਼ ਹੈ, ਸਾਨੂੰ ਕਿਸਾਨੀ ਮਸਲੇ ਤੋਂ ਬਾਹਰ ਕੋਈ ਘਟਨਾ ਵਾਪਰਦੀ ਹੈ ਤਾਂ ਉਹਦੀ ਸਪੋਰਟ ਸੋਚ ਕੇ ਕਰਨੀ ਚਾਹੀਦੀ ਹੈ। ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ, ਪਰ ਜੇ ਕਿਸੇ ਬੰਦੇ ਦਾ ਮਸਲਾ ਹੋ ਰਿਹਾ, ਉਹਦਾ ਏਜੰਡਾ ਹੋ ਰਿਹਾ, ਕਿਸਾਨੀ ਨਾਲ ਨਹੀਂ ਮਸਲਾ, ਅਸੀਂ ਉੱਥੇ ਇੱਕ ਵਾਰੀ ਕਿਸਾਨ ਬਣ ਕੇ ਗਏ ਹਾਂ। ਜੇ ਸਰਕਾਰ ਵਿਰੋਧੀ ਸੰਘਰਸ਼ ਹੁੰਦਾ, ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਸੰਘਰਸ਼ ਹੁੰਦਾ, ਲੋਕ ਇਕੱਠੇ ਹੁੰਦੇ, ਉੱਥੇ ਬਹੁਤ ਕੁਝ ਆਉਂਦਾ। ਅਸੀਂ ਹਰ ਕਿਸੇ ਦੀ ਗੱਲ ਕਰਦੇ ਜੀ। ਸੋ ਤੁਸੀਂ ਮੇਰਾ ਇਸ਼ਾਰਾ ਵੀ ਸਮਝ ਗਏ ਜੀ ਬਿਲਕੁਲ, ਸਾਰਾ ਕੁਝ ਸਮਝ ਜਾਣਗੇ ਜੀ। ਸਾਡਾ ਮਕਸਦ ਇੱਕੋ ਹੈ, ਰਿਪੀਲ ਕਰਾਉਣੇ ਆ ਲਾਅ। ਉਹ ਕਿਵੇਂ ਹੁੰਦੇ ਨੇ, ਤਬਦੀਲੀਆਂ ਵੀ ਹੋ ਸਕਦੀਆਂ, ਕਿ ਹੋ ਸਕਦਾ 100% ਰਿਪੀਲ ਵੀ ਨਾ ਹੋਣ। ਰਾਜੀਨਾਮਾ ਕੀ ਹੁੰਦਾ? ਰਾਜੀਨਾਮਾ ਇੱਕ ਬੰਦੇ ਦੀ ਜਿੱਦ ਨਾਲ ਨਹੀਂ ਹੁੰਦਾ, ਉਹ ਫਿਰ ਟਿਕ ਟਕਾ ਹੁੰਦਾ। ਸੋ ਰਾਜੀਨਾਮਾ ਹੋਊਗਾ, ਸਰਕਾਰ ਵੀ ਝੁਕੂਗੀ, ਕੁਝ ਕਿਸਾਨ ਵੀ ਪਿੱਛੇ ਹਟਣਗੇ। ਫਿਰ ਤਾਂ ਮੈਨੂੰ ਹੁਣ ਗਾਲਾਂ ਕੱਢਣ ਲੱਗ ਪਏ ਨੇ, ਤਾਂ ਹੁਣੇ ਪਿੱਛੇ ਗੱਲ ਕਰਨ ਲੱਗ ਪਿਆ। ਨਹੀਂ, ਬੈਠਣਗੇ। ਪਰ ਇੱਕ ਚੀਜ਼ ਹੈ ਕਿ ਸਰਕਾਰ ਵੀ ਅੱਗੇ ਤੋਂ ਜਿਹੜੀਆਂ ਆਉਣ ਵਾਲੀਆਂ ਸਰਕਾਰਾਂ, ਉਹ ਵੀ ਸੋਚਣਗੀਆਂ ਕਿ ਲੋਕਾਂ ਦੇ ਵਿਚਾਰਧਾਰਾ ਤੋਂ ਪਰੇ ਹੋ ਕੇ ਤੁਸੀਂ ਕਿਤੇ ਹਿਟਲਰੀ ਜਿਹੜੇ ਨੇ ਹੁਕਮ ਨਹੀਂ ਥਾਪ ਸਕਦੇ। ਭਾਰਤ ਦੇ ਵਿੱਚ ਅੱਜ ਵੀ ਜਿਹੜੇ ਇਹੋ ਜਿਹੇ ਸੰਘਰਸ਼ ਪੈਦਾ ਹੋ ਸਕਦੇ ਨੇ। ਜਿਹੜਾ ਜੀ, ਦਾਨੇਵਾਲੀਆ ਸਾਹਿਬ, ਤੁਸੀਂ ਸਮਾਂ ਦਿੱਤਾ, ਤੁਹਾਡਾ ਧੰਨਵਾਦ। ਮਿਹਰਬਾਨੀ ਜੀ, ਸ਼ੁਕਰੀਆ ਜੀ। ਮਾਫੀ ਚਾਹੁੰਦਾ ਜੇ ਕੋਈ ਕਿਸੇ ਦੀ ਭਾਵਨਾਵਾਂ ਨੂੰ ਠੇਸ ਪੁੱਜ ਗਈ ਹੋਵੇ, ਮਿਹਰਬਾਨੀ ਜੀ। ਸੋ ਦੋਸਤੋ, ਇਹ ਸੀ ਸੀਨੀਅਰ ਪੱਤਰਕਾਰ ਸਰਦਾਰ ਸਵਰਨ ਸਿੰਘ ਦਾਨੇਵਾਲੀਆ, ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਕਿਸਾਨੀ ਅੰਦੋਲਨ ਬਾਰੇ ਤੇ ਕਿਸਾਨੀ ਅੰਦੋਲਨ ਦੀਆਂ ਉਹ ਗੱਲਾਂ ਬਾਰੇ ਜਿਨ੍ਹਾਂ ਬਾਰੇ ਚਾਨਣਾ ਪਾਉਣਾ ਚਾਹੀਦਾ ਸੀ, ਤੇ ਆਉਣ ਵਾਲੇ ਵਕਤ ਦੇ ਵਿੱਚ ਵੀ ਅਸੀਂ ਇਹ ਗੱਲਾਂ ਦੇ ਉੱਤੇ ਚਾਨਣਾ ਪਾਉਂਦੇ ਰਹਾਂਗੇ। ਜਲਦੀ ਹੀ ਮਿਲਾਂਗੇ ਕਿਸੇ ਹੋਰ ਨਵੀਂ ਸ਼ਖਸੀਅਤ ਦੇ ਨਾਲ। ਉਦੋਂ ਤੱਕ ਆਪਣੇ ਦੋਸਤ ਰਤਨਦੀਪ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ।